कैप्टन अमरिंदर सिंह प्रधानमंत्री नरेंद्र मोदी ਨੂੰ ਮਿਲਣ ਦੇ ਲਈ ਗਏ ਨੇ। ਪਰ ਹੁਣ ਕਹਿੰਦੇ ਮੈਨੂੰ ਪੰਜਾਬ ਦੀ ਸੁਰੱਖਿਆ ਦਾ ਇੰਨਾ ਫਿਕਰ ਹੈ ਕਿ ਅਸੀਂ ਮਿਲ ਕੇ ਬਚਾਉਣ ਲਈ ਇਕੱਠੇ ਕੰਮ ਕਰਾਂਗੇ। ਭਾਈ ਜਿਹੜਾ ਬੰਦਾ ਆਪਣੀ ਸੀਟ ਨਹੀਂ ਬਚਾ ਸਕਿਆ, ਜਿਹੜਾ ਆਪਣਾ ਹਲਕਾ ਨਹੀਂ ਬਚਾ ਸਕਿਆ, ਉਹ ਪੰਜਾਬ ਨੂੰ ਕੀ ਬਚਾਊਗਾ। ਹੁਣ ਜਿਹੜੀ ਚਰਚਾ ਹੈ ਇਹ ਜਦੋਂ ਇਲਾਜ ਕਰਾਉਣ ਲਈ ਗਏ ਸੀ ਉਸ ਸਮੇਂ ਹੀ ਚਰਚਾ ਜ਼ੋਰ ਫੜ ਗਈ ਸੀ ਕਿ ਹੁਣ ਅਮਰਿੰਦਰ ਆ ਕੇ ਆਪਣੀ ਪਾਰਟੀ ਦਾ ਭੋਗ ਪਾਉਣਗੇ, ਇਹਨਾਂ 'ਚ ਰਲੇਵਾਂ ਕਰ ਦੇਣਗੇ। ਬੀਜੇਪੀ ਇਹ ਚਾਹੁੰਦੀ ਹੈ ਕਿ ਜਦੋਂ ਅਸੀਂ ਅਗਲੀਆਂ ਚੋਣਾਂ ਲੜੀਏ ਤਾਂ ਅਸੀਂ ਜਾਂ ਤਾਂ ਆਪਣੇ ਦਮ ਤੇ ਲੜੀਏ। ਹੁਣ ਇਹ ਸੁਨੇਹਾ ਨਾ ਜਾਵੇ ਕਿ ਅਸੀਂ ਗੱਠਜੋੜ 'ਚ ਹਾਂ, ਚਾਹੇ ਉਹ ਗੱਠਜੋੜ ਛੋਟਾ ਹੀ ਹੋਵੇ। ਪਾਰਟੀ ਦਾ ਭੋਗ ਤਾਂ ਉੱਥੇ ਪਾਉਣਗੇ, ਪਾਰਟੀ ਦਾ ਹੱਥ ਉੱਥੇ ਫੜਾਉਣਗੇ, ਪਰ ਪੁੱਤ ਨੂੰ ਗੋਦੀ 'ਚ ਪਾਇਆ ਇਹਨੇ। ਪੁੱਤ ਇੱਕ ਤਰ੍ਹਾਂ ਨਾਲ ਮੋਦੀ ਜੀ ਨੂੰ ਗੋਦ ਦੇ ਦਿੱਤਾ ਕਿ ਭਾਈ ਇਹਨੂੰ ਸੰਭਾਲੋ। ਮਤਲਬ 2024 ਦੇ ਵਿੱਚ ਧੀ ਤੇ 2027 ਦੇ ਵਿੱਚ ਫਿਰ ਮੁੰਡਾ। ਸੋ ਇਹ ਬੀਜੇਪੀ ਵੱਲੋਂ ਔਰ ਅਮਰਿੰਦਰ ਸਿੰਘ ਨੂੰ ਕਿਤੇ ਰਾਜਪਾਲ, ਕਿਤੇ ਰਾਜਦੂਤ, ਕਿਸੇ ਮੁਲਕ ਦਾ ਜੋ ਵੀ ਹੈ ਕਿਤੇ ਨਾ ਕਿਤੇ ਲਾਤਾ ਜਾਊਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋ ਦਰਬਾਰ ਸਾਹਿਬ ਦੀ ਫੇਰੀ ਸੀ ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਛਿੜਿਆ ਹੋਇਆ। ਐਸਜੀਪੀਸੀ ਨੇ ਵੀ ਸਵਾਲ ਚੁੱਕੇ ਨੇ। ਇਹ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਵੀਆਈਪੀ ਸਹੂਲਤਾਂ ਦੀ ਕੀ ਲੋੜ ਹੈ। ਇਹ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਕਿ ਲਾਲ ਬੱਤੀ ਕਲਚਰ ਖਤਮ ਕਰਾਂਗੇ, ਝੰਡੀ ਵਾਲੀਆਂ ਕਾਰਾਂ ਖਤਮ ਕਰਾਂਗੇ, ਆ ਪੁਲਿਸ ਸਿਕਿਉਰਿਟੀ ਵਾਲੇ ਮਸਲੇ ਖਤਮ ਕਰ ਦਾਂਗੇ, ਜਿਨ੍ਹਾਂ ਨੂੰ ਡਰ ਲੱਗਦਾ ਸਿਕਿਉਰਿਟੀ ਰੱਖਣੀਆਂ, ਮੁਰਗੀ ਖਾਨੇ ਖੋਲ੍ਹਣ। ਇਹ ਤਾਂ ਉਹ ਲੋਕ ਨੇ ਜੀ। ਰਾਜ ਬਾਦਲਾਂ ਦਾ ਰਿਹਾ, ਰਾਜ ਕੈਪਟਨ ਦਾ ਰਿਹਾ, ਕਾਂਗਰਸੀਆਂ ਦਾ ਆਇਆ ਚਾਹੇ ਅਕਾਲੀਆਂ ਦਾ ਆਇਆ। ਟਰਾਂਸਪੋਰਟ ਮਾਫੀਆ ਉਸੇ ਤਰ੍ਹਾਂ ਚੱਲਦਾ ਰਿਹਾ ਕਿਉਂਕਿ ਉਹ 'ਚ ਰਾਜਨੀਤਿਕ ਘਰਾਣਿਆਂ ਦੀ ਸਾਂਝ ਹੈ। ਪੰਜਾਬ ਰੋਡਵੇਜ਼ ਦਾ ਪੱਠਾ ਪੰਜਾਬ ਰੋਡਵੇਜ਼ ਦੇ ਅਧਿਕਾਰੀ ਹੀ ਬਿਠਾ ਰਹੇ ਨੇ ਤੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਨੂੰ ਹੁੰਗਾਰਾ ਦੇਣ ਲਈ ਆਪਣੀ ਜੇਬ 'ਚ ਸਿੱਧੇ ਪੈਸੇ ਪਾ ਰਹੇ ਨੇ। 40 ਰੁਪਏ ਇੱਕ ਬੱਸ 1 ਮਿੰਟ ਪਹਿਲਾਂ ਕਾਊਂਟਰ ਛੱਡਣ ਵਿੱਚ ਆ ਖੇਡ। ਗਲੋਬਲ ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਜਤਿੰਦਰ ਕੌਰ। ਡਿਸਕਸ਼ਨ ਪੁਆਇੰਟ ਪ੍ਰੋਗਰਾਮ 'ਚ ਖਾਸ ਤੌਰ ਤੇ ਪੰਜਾਬ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਤੇ ਅਸੀਂ ਚਰਚਾ ਕਰਦੇ ਹਾਂ, ਜਿਹੜੀਆਂ ਖਬਰਾਂ ਪੰਜਾਬ ਦੇ ਵਿੱਚ ਚਰਚਾ 'ਚ ਰਹਿੰਦੀਆਂ ਨੇ, ਜਿਨ੍ਹਾਂ ਖਬਰਾਂ ਨੇ ਇੱਕ ਰਾਜਨੀਤੀ ਛਿੜੀ ਹੁੰਦੀ ਹੈ। ਇਹਨਾਂ ਖਬਰਾਂ ਤੇ ਚਰਚਾ ਕਰਨ ਦੇ ਲਈ ਹਰ ਵਾਰ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ ਬੜੇ ਹੀ ਸੁਲਝੇ ਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥ ਜੀ। ਸਭ ਤੋਂ ਪਹਿਲਾਂ ਪ੍ਰੋਗਰਾਮ ਡਿਸਕਸ਼ਨ ਪੁਆਇੰਟ ਦੇ ਵਿੱਚ ਸਰ ਦਾ ਸਵਾਗਤ ਕਰਦੇ ਹਾਂ। ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ। ਬਹੁਤ ਸ਼ੁਕਰੀਆ ਜਤਿੰਦਰ ਜੀ। ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਦੀਪ ਜੀ, ਕੱਲ੍ਹ ਦੀ ਖਬਰ ਦੀ ਗੱਲ ਕਰਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣ ਦੇ ਲਈ ਗਏ ਨੇ। ਕਾਫੀ ਟਾਈਮ ਬਾਅਦ ਜਦੋਂ ਤੋਂ ਉਹ ਲੰਡਨ ਤੋਂ ਇਲਾਜ ਕਰਵਾ ਕੇ ਆਏ ਨੇ, ਉਸ ਤੋਂ ਬਾਅਦ ਕੱਲ੍ਹ ਪ੍ਰਧਾਨ ਮੰਤਰੀ ਨੂੰ ਮਿਲੇ ਨੇ। ਉਹਨਾਂ ਦੇ ਨਾਲ ਉਹਨਾਂ ਦਾ ਪੁੱਤਰ ਵੀ ਮੌਜੂਦ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਬੀਜੇਪੀ ਦੇ ਨਾਲ ਰਲੇਵਾਂ ਹੋ ਸਕਦਾ ਹੈ। ਤੇ ਦੂਜੇ ਪਾਸੇ ਉਹਨਾਂ ਦੀ ਪਤਨੀ ਪਰਨੀਤ ਕੌਰ ਨੂੰ ਕਾਂਗਰਸ ਦੇ ਵਿੱਚੋਂ ਕੱਢਣ ਦੀ ਮੰਗ ਵੀ ਹੋ ਰਹੀ ਹੈ। ਤੇ ਬੀਜੇਪੀ ਦੇ ਜਿਹੜੇ ਕੇਂਦਰੀ ਮੰਤਰੀ ਨੇ ਗਜੇਂਦਰ ਸ਼ੇਖਾਵਤ, ਉਹ ਵੀ ਕਹਿੰਦੇ ਨੇ ਕਿ 2024 ਦੇ ਵਿੱਚ ਸਾਰਿਆਂ ਨੂੰ ਮੌਕਾ ਦਿੱਤਾ ਜਾਏਗਾ ਜਿਹੜਾ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਨੇ। ਜਤਿੰਦਰ ਜੀ, ਪੰਜਾਬ ਦੇ ਮੁੱਖ ਮੰਤਰੀ ਸੀਗੇ ਕੈਪਟਨ ਅਮਰਿੰਦਰ ਸਿੰਘ ਜੀ। ਕਰੀਬ ਪੌਣੇ 5 ਸਾਲ ਉਹਨਾਂ ਨੇ ਰਾਜ ਕੀਤਾ। ਸਿਸਮਾ ਫਾਰਮ ਹਾਊਸ ਤੋਂ ਬਾਹਰ ਨਹੀਂ ਆਏ, ਉੱਥੋਂ ਹੀ ਸਰਕਾਰ ਚਲਾਈ। ਉੱਥੇ ਹੀ ਅਧਿਕਾਰੀ ਜਾਂਦੇ ਸੀ, ਉੱਥੇ ਹੀ ਫੈਸਲੇ ਹੁੰਦੇ ਸੀ ਤੇ ਕਹਿੰਦੇ ਕਿ ਸਵੇਰੇ ਉੱਠ ਕੇ ਬਾਹਰ ਆ ਕੇ ਪੁੱਛ ਲੈਂਦੇ ਸੀ ਕਿ ਪੰਜਾਬੀ ਜਿਹਨੂੰ ਕਹਿਣਾ ਹੋਵੇ ਕਿ ਪੰਜਾਬ ਠੀਕ ਆ ਭਾਈ, ਉਹ ਕਹਿੰਦੇ ਹਾਂਜੀ, ਬਸ ਫਿਰ ਵਾਪਸ ਅੰਦਰ ਚਲੇ ਜਾਂਦੇ ਸੀ। ਸੋ ਇੱਦਾਂ ਪੌਣੇ 5 ਸਾਲ ਲੰਘ ਗਏ। ਪਰ ਇਹ ਸਭ ਦੇ ਦਰਮਿਆਨ ਜਦੋਂ ਦਿੱਲੀ ਗਏ ਤਦ ਮੋਦੀ ਨਾਲ ਮੁਲਾਕਾਤ ਵੀ ਹੋਈ ਤੇ ਮੋਦੀ ਤੋਂ ਜੋ ਕਿਹਾ ਉਹਨੇ ਮੋਦੀ ਨੇ ਇਹਨਾਂ ਦੇ ਕਹੇ ਤੇ ਕੀਤਾ ਵੀ। ਉਸ ਸਮੇਂ ਅਕਾਲੀ ਬੀਜੇਪੀ ਦਾ ਗੱਠਜੋੜ ਸੀ। ਭਾਜਪਾ ਦੇ ਨਾਲ ਗੱਠਜੋੜ ਦੇ ਵਿੱਚ ਸੀ ਅਕਾਲੀ ਦਲ ਔਰ ਸੁਖਬੀਰ ਬਾਦਲ ਵੀ ਸੰਸਦ 'ਚ ਸੀਗੇ, ਹਰਸਿਮਰਤ ਕੌਰ ਤਾਂ ਕੈਬਨਿਟ 'ਚ ਸੀ, ਮੰਤਰੀ ਮੰਡਲ ਸੀ। ਉਹਦੇ ਬਾਵਜੂਦ ਪ੍ਰਕਾਸ਼ ਸਿੰਘ ਬਾਦਲ ਜਦੋਂ ਮਿਲਣ ਜਾਂਦੇ ਸੀ ਤਦ ਖਾਲੀ ਬਿਨਾਂ ਚੀਨੀ ਵਾਲਾ ਉਹ ਫਿੱਕਾ ਚਾਹ ਦਾ ਕੱਪ ਪੀ ਕੇ ਮੁੜਿਆ ਹੁੰਦੇ ਸੀ, ਕੁਛ ਨਹੀਂ ਮਿਲਿਆ ਕਦੇ। ਪਰ ਕੈਪਟਨ ਅਮਰਿੰਦਰ ਨਾਲ ਮੁਲਾਕਾਤ ਵੀ ਹੁੰਦੀ ਰਹੀ, ਕਦੇ ਮੁਲਾਕਾਤ ਤੋਂ ਇਨਕਾਰ ਨਹੀਂ ਹੋਇਆ। ਸੋ ਉਹਨਾਂ ਨਾਲ ਮੁਲਾਕਾਤ ਹੁੰਦੀ। ਇਸ ਲਈ ਉਸ ਸਮੇਂ ਇਹ ਚਰਚਾ ਸੀ ਕਿ ਅਮਰਿੰਦਰ ਸਿੰਘ ਕਪਤਾਨ ਤਾਂ ਕਾਂਗਰਸੀ ਟੀਮ ਦੇ ਨੇ ਪਰ ਖੇਡਦੇ ਬੀਜੇਪੀ ਵੱਲੋਂ ਨੇ। ਸੋ ਇਹ ਉਸ ਸਮੇਂ ਵੀ ਇਹ ਚਰਚਾ ਰਹੀ ਕਿ ਅਮਰਿੰਦਰ ਸਿੰਘ ਦੀ ਨੇੜਤਾ ਬੀਜੇਪੀ ਨਾਲ ਜਾਂ ਨਰਿੰਦਰ ਮੋਦੀ ਹੋਰਾਂ ਨਾਲ ਟਿਊਨਿੰਗ ਬਹੁਤ ਵਧੀਆ। ਖਾਸ ਕਰਕੇ ਜਦੋਂ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨੀਂਹ ਪੱਥਰ ਰੱਖਿਆ ਜਾਂਦਾ ਹੈ, ਫਿਰ ਲਾਂਘਾ ਖੁੱਲ੍ਹਣ ਦਾ ਸਮਾਗਮ ਹੁੰਦਾ, ਉਸ ਸਮੇਂ ਵੀ ਅਮਰਿੰਦਰ ਦੇ ਬੋਲ ਜਿਹੇ ਜਿਹੇ ਕੌੜੇ ਸੀ, ਜਿਹੇ ਜਿਹੀ ਸ਼ੈਲੀ ਸੀ, ਉਹ ਸਾਰੀ ਬੀਜੇਪੀ ਵਾਲੀ ਬੋਲੀ ਸੀ, ਉਹ ਸਾਰੀ ਦਿੱਲੀ ਵਾਲੀ ਬੋਲੀ ਸੀ ਜੋ ਉਹ ਬੋਲੇ। ਸੋ ਉਸ ਤੋਂ ਵੀ ਅੰਦਾਜ਼ੇ ਸੀਗੇ। ਪਰ ਜਦੋਂ ਉਹਨਾਂ ਨੂੰ ਹਟਾਇਆ ਗਿਆ, ਉਹਦੀ ਥਾਂ 'ਤੇ ਚੰਨੀ ਨੂੰ ਲਾਇਆ ਗਿਆ ਤੇ ਇਹਨਾਂ ਨੇ ਆਪਣੀ ਪਾਰਟੀ ਬਾਹਰ ਆ ਗਏ। ਉਸ ਸਮੇਂ ਚਰਚਾ ਚੱਲੀ ਬੀਜੇਪੀ ਜਾਣਗੇ, ਪਰ ਉਹਨੇ ਆਪਣੀ ਪਾਰਟੀ ਬਣਾਉਣ ਦਾ ਫੈਸਲਾ ਲਿਆ। ਸੋ ਉਸ ਸਮੇਂ ਜਿਹੜੇ ਕਾਂਗਰਸੀ ਟੁੱਟ ਕੇ ਆਏ ਉਹ ਕੈਪਟਨ ਨਾਲ ਜਾਣ ਦੀ ਬਜਾਏ ਬੀਜੇਪੀ 'ਚ ਗਏ। ਕਿ ਉਹ ਆਪਣੇ ਆਪ ਚਲੇ ਗਏ? ਨਹੀਂ, ਉਹ ਅਮਰਿੰਦਰ ਦਾ ਹੀ ਇਸ਼ਾਰਾ ਸੀ ਕਿ ਤੁਸੀਂ ਸਿੱਧੇ ਉੱਥੇ ਜਾਓ, ਮੇਰੀ ਤਾਂ ਮਜਬੂਰੀ ਆ। ਮੈਂ 2022 ਵਾਲੀਆਂ ਚੋਣਾਂ ਜਿਹੜੀਆਂ ਵਿਧਾਨ ਸਭਾ ਦੀਆਂ ਹੋ ਕੇ ਹਟੀਆਂ ਨੇ ਕਿ ਮੈਂ ਉਹਦੇ ਵਿੱਚ ਭਾਈ ਉੱਧਰੋਂ ਲੜ ਨਹੀਂ ਸਕਦਾ ਕਿ ਮੇਰੀ ਉਮਰ ਤਾਂ 78 ਸਾਲ ਨੂੰ ਉੱਪਰ ਟੱਪ ਗਈ। ਸੋ ਇਸ ਲਈ ਅਮਰਿੰਦਰ ਸਿੰਘ ਉੱਧਰੋਂ ਚੋਣ ਨਹੀਂ ਲੜ ਸਕਦੇ ਸੀ, ਤਾਂ ਉਹਨਾਂ ਨੇ ਆਪਣੀ ਪਾਰਟੀ ਬਣਾਈ, ਉਹਦੇ ਵੱਲੋਂ ਉਹ ਚੋਣ ਲੜੇ ਤੇ ਆਪਣਾ ਹਲਕਾ ਵੀ ਨਹੀਂ ਬਚਾ ਪਾਏ।
ਪਰ ਹੁਣ ਕਹਿੰਦੇ ਮੈਨੂੰ ਪੰਜਾਬ ਦੀ ਸੁਰੱਖਿਆ ਦਾ ਇੰਨਾ ਫਿਕਰ ਹੈ ਕਿ ਅਸੀਂ ਮਿਲ ਕੇ ਬਚਾਉਣ ਲਈ ਇਕੱਠੇ ਕੰਮ ਕਰਾਂਗੇ। ਭਾਈ ਜਿਹੜਾ ਬੰਦਾ ਆਪਣੀ ਸੀਟ ਨਹੀਂ ਬਚਾ ਸਕਿਆ, ਜਿਹੜਾ ਆਪਣਾ ਹਲਕਾ ਨਹੀਂ ਬਚਾ ਸਕਿਆ, ਉਹ ਪੰਜਾਬ ਨੂੰ ਕੀ ਬਚਾਊਗਾ। ਹਾਂ, ਹੁਣ ਜਿਹੜੀ ਚਰਚਾ ਹੈ ਇਹ ਜਦੋਂ ਇਲਾਜ ਕਰਾਉਣ ਲਈ ਗਏ ਸੀ ਉਸ ਸਮੇਂ ਹੀ ਚਰਚਾ ਜ਼ੋਰ ਫੜ ਗਈ ਸੀ ਕਿ ਹੁਣ ਅਮਰਿੰਦਰ ਆ ਕੇ ਆਪਣੀ ਪਾਰਟੀ ਦਾ ਭੋਗ ਪਾਉਣਗੇ ਤੇ ਇਹਨਾਂ 'ਚ ਰਲੇਵਾਂ ਕਰ ਦੇਣਗੇ। ਜਤਿੰਦਰ ਜੀ, ਬੀਜੇਪੀ ਇਹ ਚਾਹੁੰਦੀ ਹੈ ਕਿ ਜਦੋਂ ਅਸੀਂ ਅਗਲੀਆਂ ਚੋਣਾਂ ਲੜੀਏ ਤਾਂ ਅਸੀਂ ਜਾਂ ਤਾਂ ਆਪਣੇ ਦਮ ਤੇ ਲੜੀਏ। ਹੁਣ ਇਹ ਸੁਨੇਹਾ ਨਾ ਜਾਵੇ ਕਿ ਅਸੀਂ ਗੱਠਜੋੜ 'ਚ, ਚਾਹੇ ਉਹ ਗੱਠਜੋੜ ਛੋਟਾ ਹੀ ਹੋਵੇ। ਸੋ ਇਸ ਲਈ ਉਹ ਕਹਿੰਦੇ ਕਿ ਜਿਹੜਾ ਸੁਖਦੇਵ ਢੀਂਡਸਾ ਵਾਲੇ ਪਾਰਟੀ ਆ ਉਹਦੇ ਨਾਲ ਬਾਅਦ ਚੋਂ ਦੇਖਾਂਗੇ, ਪਹਿਲਾਂ ਕੈਪਟਨ ਵਾਲੀ ਦਾ ਭੋਗ ਪਾਓ। ਸੋ ਕੈਪਟਨ ਲਈ ਕੱਲ੍ਹ ਇਹ ਸੱਦਾ ਸੀ, ਉਹਨਾਂ ਨਾਲ ਇਹ ਗੱਲ ਵੀ ਤੈਅ ਹੋ ਗਈ ਆ। ਬੇਸ਼ੱਕ ਉੱਥੇ ਕਿਹਾ ਗਿਆ ਕਿ ਪੰਜਾਬ ਦੀ ਸੁਰੱਖਿਆ ਨੂੰ ਲੈ ਕੇ ਚਰਚਾ ਹੋਈ, ਪੰਜਾਬ ਦੇ ਮਸਲੇ ਵਿਚਾਰੇ ਗਏ, ਪੰਜਾਬ ਦੀ ਸਥਿਤੀ ਵਿਚਾਰੀ ਗਈ, ਅਗਲੀ ਰਣਨੀਤੀ ਘੜੀ ਗਈ। ਰਣਨੀਤੀ ਇਹੀ ਘੜੀ ਗਈ ਕਿ ਸਤੰਬਰ ਮਹੀਨੇ 'ਚ ਮੋਦੀ ਜੀ ਪੰਜਾਬ ਆਉਣਗੇ। ਉਸ ਦਿਨ ਸਟੇਜ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ, ਪ੍ਰਨੀਤ ਕੌਰ, ਰਣਿੰਦਰ, ਧੀ, ਸਾਰਾ ਟੱਬਰ ਸ਼ਾਮਲ ਹੋਊਗਾ ਤੇ ਜੀ ਪਾਰਟੀ ਦਾ ਭੋਗ ਪਊਗਾ। ਆਹ ਰਣਨੀਤੀ ਬਣੀ ਹੈ। ਸੋ ਰਾਜਨੀਤਿਕ ਸਟੇਜ ਦੇ ਉੱਤੇ ਅਮਰਿੰਦਰ ਸਿੰਘ ਆਪਣੀ ਪਾਰਟੀ ਦਾ ਭੋਗ ਪਾ ਕੇ ਇਹਨਾਂ ਦੇ ਹੱਥ ਫੜਾਉਣਗੇ, ਰਣਨੀਤੀ ਬਣੀ ਹੈ। ਪਰ ਪਾਰਟੀ ਦਾ ਭੋਗ ਤਾਂ ਉੱਥੇ ਪਾਉਣਗੇ, ਪਾਰਟੀ ਦਾ ਹੱਥ ਉੱਥੇ ਫੜਾਉਣਗੇ, ਪਰ ਪੁੱਤ ਨੂੰ ਗੋਦੀ 'ਚ ਪਾਇਆ ਇਹਨੇ। ਪੁੱਤ ਇੱਕ ਤਰ੍ਹਾਂ ਨਾਲ ਮੋਦੀ ਜੀ ਨੂੰ ਗੋਦ ਦੇ ਦਿੱਤਾ ਕਿ ਭਾਈ ਇਹਨੂੰ ਸੰਭਾਲੋ। ਕਾਰਨ ਭਾਜਪਾ ਦੀ ਇੱਕ ਪਾਲਿਸੀ ਆ ਕਿ 75 ਸਾਲ ਤੋਂ ਵੱਧ ਵਾਲਾ ਬੰਦਾ ਚੋਣ ਨਹੀਂ ਲੜ ਸਕਦਾ। ਅਮਰਿੰਦਰ ਸਿੰਘ ਇਸ ਮੌਕੇ 80 ਦੇ ਨੇ, ਪਤਨੀ ਉਹਨਾਂ ਦੀ 77 ਸਾਲ ਦੀ ਹੋ ਚੁੱਕੀ ਹੈ। ਸੋ ਪ੍ਰਨੀਤ ਕੌਰ ਨੂੰ ਲੈ ਕੇ ਜਿਹੜਾ ਸਵਾਲ ਤੁਸੀਂ ਕੀਤਾ ਕਿ ਕਾਂਗਰਸ ਕਹਿੰਦੀ ਹੈ ਹੁਣ ਸਾਡੀ ਨਹੀਂ, ਇਹਨੂੰ ਕੱਢ ਦਿਓ, ਅਸੀਂ ਇਹਨੂੰ ਟਿਕਟ ਨਹੀਂ ਦੇਣੀ, ਇਹ ਉਹਨਾਂ ਦੇ ਟੈਂਪੂ ਚੜ੍ਹ ਕੇ ਪ੍ਰਚਾਰ ਕਰਦੀ ਰਹੀ ਹੈ। ਸੋ ਉਹ ਸਾਰਾ ਕੁਝ ਜਿਹੜਾ ਹੈਗਾ, ਸੋ ਪ੍ਰਨੀਤ ਨੂੰ ਵੀ ਪਤਾ ਕਿ ਹੁਣ ਜਿਹੜਾ ਮੇਰੇ ਘਰ ਵਾਲੇ ਨੇ ਫੈਸਲਾ ਲਿਆ ਮੈਂ ਉਹਦੇ ਨਾਲ ਖੜੀ ਹਾਂ। ਸੋ ਪ੍ਰਨੀਤ ਕੌਰ ਦੀ ਆਪਣੀ ਇੱਕ ਉਮੀਦ ਹੈ ਪਟਿਆਲੇ ਦੇ ਵਿੱਚ। ਅਮਰਿੰਦਰ ਵੀ ਇਹ ਜਿੱਤਦੇ ਰਹੇ ਨੇ, ਉਹ ਪ੍ਰਨੀਤ ਕੌਰ ਆਪਣੀ ਧੀ ਦੇ ਕਾਰਗੁਜ਼ਾਰੀ ਕਰਕੇ ਜਿੱਤਦੇ ਰਹੇ ਨੇ। ਸੋ ਪ੍ਰਨੀਤ ਕੌਰ ਹੋਰਾਂ ਦੀ ਉਸ ਕਾਰਗੁਜ਼ਾਰੀ ਦੇ ਬਾਵਜੂਦ ਵੀ ਅਮਰਿੰਦਰ ਕਾਰਨ ਹੁਣ ਉਹਨਾਂ ਨੂੰ ਕਾਂਗਰਸ ਦਾ ਪੱਲਾ ਛੱਡਣਾ ਪੈਣਾ। ਪਰ ਜੇਕਰ ਉਹ ਬੀਜੇਪੀ ਸ਼ਾਮਲ ਹੁੰਦੇ ਨੇ, ਟਿਕਟ ਉਹਨਾਂ ਨੂੰ ਵੀ ਨਹੀਂ ਮਿਲ ਸਕਦੀ ਕਿਉਂਕਿ ਉਹ ਵੀ 75 ਤੋਂ ਉੱਪਰ ਹੋ ਗਏ। ਸੋ ਜੇਕਰ ਹੁਣ ਕੈਪਟਨ ਵੀ ਚੋਣ ਨਹੀਂ ਲੜ ਸਕਦੇ ਬੀਜੇਪੀ ਜਾ ਕੇ, ਪ੍ਰਨੀਤ ਕੌਰ ਵੀ ਨਹੀਂ ਲੜ ਸਕਦੇ, ਫਿਰ ਇਹਦਾ ਮਤਲਬ ਰਾਜਾ ਪਰਿਵਾਰ ਨੂੰ ਲੱਗਦਾ ਕਿ ਲੈ ਵੀ ਸਾਡਾ ਤਾਂ ਕੰਮ ਨਿਬੜ ਗਿਆ, ਸਾਨੂੰ ਤਾਂ ਆਦਤ ਹੈ ਕੁਰਸੀ ਤੇ ਬੈਠਣ ਦੀ, ਰਾਜ ਕਰਨ ਦੀ। ਸੋ ਇਸ ਲਈ ਹੁਣ ਉਹਨਾਂ ਨੇ ਕੱਲ੍ਹ ਰਣਿੰਦਰ ਨੂੰ ਝੋਲੀ ਪਾਇਆ ਕਿ ਜੀ ਇਹਨੂੰ ਗੋਦੀ ਲੈ ਲਓ, ਜਿਹੜਾ ਇਹਦਾ ਕੰਮ ਪਾਰ ਨਤਾਰਾ ਕਾਂਗਰਸ ਦਾ ਹੱਥ ਫੜ ਕੇ ਨਹੀਂ ਹੋਇਆ, ਸ਼ਾਇਦ ਤੁਹਾਡੇ ਚਿੱਕੜ 'ਚ ਉਤਰ ਕੇ ਕਮਲ ਦਾ ਫੁੱਲ ਫੜ ਲਵੇ, ਸ਼ਾਇਦ ਤਰ ਜਾਵੇ। ਪਰ ਅਮਰਿੰਦਰ ਸਿੰਘ ਨੇ ਰਣਿੰਦਰ ਨੂੰ ਕਿੱਥੇ ਕਿੱਥੇ ਮੈਦਾਨ 'ਚ ਨਹੀਂ ਤਾਰਿਆ। ਚੋਣ ਲੜਾਈ ਐਮਐਲਏ ਦੀ ਤਾਂ ਹਾਰੇ, ਐਮਪੀ ਦੀ ਚੋਣ ਲੜਾਈ ਪ੍ਰਨੀਤ ਉਹਦੇ ਹਰਸਿਮਰਤ ਦੇ ਖਿਲਾਫ ਤਦ ਹਾਰੇ। ਸੋ ਇਸ ਲਈ ਉਹ ਹੁਣ ਚਾਹੁੰਦੇ ਨੇ ਕਿ ਮੇਰਾ ਮੁੰਡਾ ਜਿਹੜਾ ਕਾਂਗਰਸ 'ਚ ਪਾਸ ਨਹੀਂ ਹੋਇਆ ਉਹ ਬੀਜੇਪੀ 'ਚ ਪਾਸ ਹੋ ਜਾਵੇ, ਇੱਧਰ ਫੇਲ ਵਾਲਾ ਉੱਧਰ ਪਾਸ ਹੋ ਜਾਵੇ। ਸੋ ਇਸ ਲਈ ਕੱਲ੍ਹ ਪੂਰੀ ਤਰ੍ਹਾਂ ਨਾਲ ਉਹਨਾਂ ਨੂੰ ਹੱਥ ਫੜਾ ਦਿੱਤਾ ਮੋਦੀ ਜੀ ਨੂੰ ਕਿ ਇਹਨੂੰ ਤਾਂ ਸੰਭਾਲੋ। ਪਰ ਸਵਾਲ ਐਮਪੀ ਦੀ ਸੀਟ ਦਾ ਵੀ ਆਉਣਾ। ਫਿਰ ਕੀ ਐਮਪੀ ਦੀ ਸੀਟ ਅਮਰਿੰਦਰ ਔਰ ਪ੍ਰਨੀਤ ਕੌਰ ਦੀ ਧੀ ਲੜੇਗੀ, ਜਿਹੜੀ ਪਟਿਆਲਾ 'ਚ ਸਰਗਰਮ ਵੀ ਆ, ਕੰਮ ਕਰ। ਇਹਦਾ ਮਤਲਬ 2024 ਦੇ ਵਿੱਚ ਧੀ ਤੇ 2027 ਦੇ ਵਿੱਚ ਫਿਰ ਮੁੰਡਾ। ਸੋ ਇਹ ਬੀਜੇਪੀ ਵੱਲੋਂ, ਔਰ ਅਮਰਿੰਦਰ ਸਿੰਘ ਨੂੰ ਕਿਤੇ ਰਾਜਪਾਲ, ਕਿਤੇ ਰਾਜਦੂਤ ਕਿਸੇ ਮੁਲਕ ਦਾ ਜੋ ਵੀ ਹੈ ਕਿਤੇ ਨਾ ਕਿਤੇ ਲਾਤਾ ਜਾਊਗਾ, ਪਰ ਹੁਣ ਉਹ ਚੋਣ ਨਹੀਂ ਲੜ ਸਕਦੇ। ਇਸ ਲਈ ਆਪਣੀ ਅਗਲੀ ਪੀੜ੍ਹੀ ਨੂੰ ਬੀਜੇਪੀ ਦੀ ਝੋਲੀ 'ਚ ਪਾਉਣ ਲਈ ਆਹ ਮੀਟਿੰਗ ਸੀ ਜੀ, ਹੋਰ ਇਹ ਤੋਂ ਇਲਾਵਾ ਕੁਝ ਨਹੀਂਗਾ। ਕਿਹੜਾ ਪੰਜਾਬ ਦਾ ਫਿਕਰ, ਕਿਹੜਾ ਕਾਹਦਾ, ਸਭ ਨੂੰ ਪਤਾ। ਜੇ ਪੰਜਾਬ ਦਾ ਫਿਕਰ ਹੁੰਦਾ ਤੁਹਾਨੂੰ ਸੱਤਾ ਸੌਂਪੀ ਸੀ ਪੰਜਾਬ ਨੇ, ਤਦ ਕੁਝ ਪਾਰ ਨਤਾਰਾ ਕਰ ਲੈਂਦੇ। ਸੋ ਇਹ ਸਿਰਫ ਆਪਣਾ ਪੁੱਤਰ ਮੋਹ ਹੈ, ਉਹੀ ਪੁੱਤਰ ਮੋਹ ਜਿਹੜਾ ਸੋਨੀਆ ਨੂੰ ਹੈ, ਉਹੀ ਪੁੱਤਰ ਮੋਹ ਹੈ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਹੈ, ਉਹੀ ਪੁੱਤਰ ਮੋਹ ਅਮਰਿੰਦਰ ਸਿੰਘ ਨੂੰ ਹੈ। ਸੋ ਪੁੱਤਰ ਮੋਹ ਉੱਥੇ ਲੈ ਕੇ ਗਿਆ। ਹਾਂ, ਗਜੇਂਦਰ ਸਿੰਘ ਸਖਾਵਤ ਨੇ ਤੁਹਾਡੇ ਇੱਕ ਸਵਾਲ ਤੇ ਆਪਣੇ ਇਸ ਪ੍ਰੋਗਰਾਮ ਦੀ ਚਰਚਾ ਤੇ ਮੋਹਰ ਲਾਈ ਆ। ਆਪਾਂ ਪਹਿਲਾਂ ਹੀ ਦੱਸ ਚੁੱਕੇ ਹਾਂ ਦਰਸ਼ਕਾਂ ਨੂੰ ਕਿ ਭਾਈ ਜਦੋਂ ਮੋਦੀ ਜੀ ਆਏ ਸੀ ਤਦ ਉਹ ਹਸਪਤਾਲ ਦੇ ਅੰਦਰ ਜਦੋਂ ਆਪਣੀ ਪਾਰਟੀ ਦੇ ਲੀਡਰਾਂ ਨਾਲ ਮੀਟਿੰਗ ਕਰ ਰਹੇ ਸੀ। ਮੈਂ ਮੋਦੀ ਜੀ ਇਸ ਲਈ ਕਹਿ ਰਿਹਾ ਕਿਉਂਕਿ ਉਹ ਪ੍ਰਧਾਨ ਮੰਤਰੀ ਵਾਲੀ ਭੂਮਿਕਾ 'ਚ ਨਹੀਂ ਸੀ, ਉਹ ਪਾਰਟੀ ਦੇ ਲੀਡਰ ਵਾਲੀ ਭੂਮਿਕਾ ਸੀ, ਪਾਰਟੀ ਦੇ ਵਰਕਰਾਂ ਨੂੰ, ਲੀਡਰਾਂ ਨੂੰ ਮਿਲ ਰਹੇ ਹੋ। ਉੱਥੇ ਉਹਨਾਂ ਨੇ 3 ਲੀਡਰਾਂ ਦਾ ਹੱਥ ਫੜ ਕੇ ਕਿਹਾ ਕਿ 2024 ਦੀ ਤਿਆਰੀ ਕਰ ਲਓ। ਉਹਨਾਂ 'ਚੋਂ ਇੱਕ ਇਹਨਾਂ ਦੀ ਆਪਣੀ ਪਾਰਟੀ ਦਾ ਸੀ, 2 ਨਵੇਂ ਜਿਹੜੇ ਕਾਂਗਰਸ 'ਚੋਂ ਆਏ ਨੇ ਉਹ ਸੀ। ਸੋ ਇਸ ਲਈ ਉਹਨਾਂ ਬਾਰੇ ਕੱਲ੍ਹ ਗਜੇਂਦਰ ਸਿੰਘ ਸ਼ੇਖਾਵਤ ਜਦੋਂ ਗੁਰਦੁਆਰਾ ਅੰਬ ਸਾਹਿਬ ਮੱਥਾ ਟੇਕਿਆ, ਉਹ ਤੋਂ ਬਾਅਦ ਜਦੋਂ ਸ਼ਰਵਣ ਕੀਰਤਨ ਕੀਤਾ, ਦੇਗ ਲਈ, ਅਤੇ ਉਹ ਤੋਂ ਬਾਅਦ ਜੋੜਾ ਘਰ ਵੱਲ ਨੂੰ ਵੱਧ ਰਹੇ ਸੀ, ਉੱਥੇ ਪੱਤਰਕਾਰਾਂ ਨੇ ਘੇਰ ਲਿਆ ਅਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜੇ ਨਵੇਂ ਸਾਡੇ 'ਚ ਸ਼ਾਮਲ ਹੋ ਰਹੇ ਉਹਨਾਂ ਨੂੰ 2024 'ਚ ਮੌਕਾ ਦੇਵਾਂਗੇ। ਜੀ, ਪੰਜਾਬ 'ਚ ਕਹਿੰਦੇ ਬੀਜੇਪੀ ਦਾ ਕਮਲ ਖਿੜੇਗਾ। ਨਹੀਂ, ਬਹੁਤ, ਉਹ ਤਾਂ ਉਮੀਦ ਉਹਨਾਂ ਨੂੰ ਬਹੁਤ ਹੈ, ਅਤੇ ਪਤਾ ਨਹੀਂ ਪੰਜਾਬ 'ਤੇ ਤਾਂ ਵੋਟਰ ਫੈਸਲਾ ਕਰਨਗੇ। ਸੋ ਅਗਲੇ ਆਪਣੀਆਂ ਉਮੀਦਾਂ ਅਨੁਸਾਰ ਕਾਰਵਾਈ ਤਾਂ ਕਰ ਰਹੇ ਨੇ ਨਾ, ਉਹ ਤਾਂ ਲੱਗੇ ਨੇ। ਇੱਧਰ ਕਾਂਗਰਸ ਆਪਣੇ ਕਲੇਸ਼ 'ਚ ਉਲਝੀ ਆ, ਹਾਂ, ਅਕਾਲੀ ਦਲ ਆਪਣੇ 'ਚ ਮੇਲਿਆਂ 'ਚ ਉਲਝਿਆ, ਆਮ ਆਦਮੀ ਪਾਰਟੀ ਨੂੰ ਸੱਤਾ ਦਾ ਨਸ਼ਾ ਅਤੇ ਉਹਨਾਂ ਨੂੰ ਦਿਖੇ ਨਹੀਂ ਰਿਹਾ, ਕੁਛ ਹਰੀਆਂ ਐਨਕਾਂ ਇਹੋ ਜਿਹੀਆਂ ਲੱਗੀਆਂ। ਸੋ ਇਸ ਲਈ ਬੀਜੇਪੀ ਲਈ ਮੈਦਾਨ ਖਾਲੀ ਆ ਅਤੇ ਬੀਜੇਪੀ ਦਬ ਕੇ ਕੰਮ ਕਰ ਰਹੀ ਆ। ਉਹ ਰੋਟੀਆਂ ਖਾਣ ਵੀ ਜਾ ਰਹੀ ਆ, ਉਹ ਗੁਰੂ ਘਰਾਂ 'ਚ ਮੱਥਾ ਵੀ ਟੇਕ ਰਹੀ ਆ, ਉਹ ਲੀਡਰਾਂ ਨਾਲ ਬੈਠਕਾਂ ਵੀ ਕਰ ਰਹੀ ਆ, ਪਿੰਡਾਂ 'ਚ ਸ਼ਾਖਾਵਾਂ ਵੀ ਲਾ ਰਹੀ ਆ, ਉਹ ਮੈਂਬਰਸ਼ਿਪ ਵੀ ਵਧਾ ਰਹੀ ਆ। ਸੋ ਆਪਣਾ ਕੰਮ ਕਰ ਰਹੇ ਨੇ। ਉਹ 4 ਕੇਂਦਰੀ ਮੰਤਰੀ ਪੰਜਾਬ 'ਚ ਤਾਰੇ ਹੋਏ ਨੇ। ਹਰ ਮਹੀਨੇ 4 ਅਜਿਹੇ ਮੰਤਰੀ ਤੁਹਾਨੂੰ ਦਿਖਿਆ ਕਰਨਗੇ 4 ਲੋਕ ਸਭਾ ਹਲਕਿਆਂ 'ਚ। ਸੋ ਗਜੇਂਦਰ ਸ਼ੇਖਾਵਤ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਦੇ
ਹਵਾਲੇ ਨਾਲ ਲਗਾਤਾਰ ਬੈਠਕਾਂ ਕਰ ਰਹੇ ਸੀ ਤੇ ਉਸੇ ਚੱਕਰ 'ਚ ਕੱਲ ਮੋਹਾਲੀ ਸੀਗੇ ਤੇ ਉੱਥੇ ਉਹਨਾਂ ਨੇ ਇਹ ਗੱਲ ਸਾਫ਼ ਕਹੀ ਆ ਕਿ ਅਸੀਂ ਨਵਿਆਂ ਨੂੰ ਮੌਕਾ ਦੇਵਾਂਗੇ। ਇਹਦੇ ਦੋ ਪਹਿਲੂ ਨੇ, ਇੱਕ ਤਾਂ ਇਹ ਕਿ ਜਿਹੜੇ ਆ ਗਏ ਉਹਨਾਂ ਲਈ ਕਿ ਦੱਬ ਕੇ ਕੰਮ ਕਰੋ ਵੀ ਲੱਗ ਜਾਓ, ਤੇ ਦੂਸਰਾ ਨਵਿਆਂ ਨੂੰ ਬੁਰਕੀ ਵੀ ਆ ਜੀ ਕਿ ਜੇ ਤੁਸੀਂ ਵੀ ਆ ਗਏ ਸ਼ਾਇਦ ਤੁਹਾਨੂੰ ਵੀ ਟਿਕਟ ਮਿਲ ਜਾਵੇ। ਮਤਲਬ ਇਸ ਲਈ ਨਵਿਆਂ ਨੂੰ ਸੱਦਾ ਵੀ ਹੁੰਦਾ, ਤਰੀਕਾ ਹੁੰਦਾ ਤਾਂ ਕਿ ਦੂਸਰੇ ਪਾਰਟੀ ਦੇ ਜਿਹੜੇ, ਔਰ ਹੁਣ ਕੈਪਟਨ ਅਮਰਿੰਦਰ ਜੇਕਰ ਉੱਧਰ ਚਲੇ ਗਏ, ਪਰਨੀਤ ਕੌਰ ਹੋਰੀ ਉੱਧਰ ਚਲੇ ਗਏ, ਉਸ ਤੋਂ ਬਾਅਦ ਫਿਰ ਜਿਹੜੇ ਕਾਂਗਰਸੀ ਕੋਈ ਦੁਵਿਧਾ 'ਚ ਸੀਗੇ ਕਿ ਅਮਰਿੰਦਰ ਵਾਲੇ ਪਾਲੇ 'ਚ ਜਾਈਏ ਜਾਂ ਇੱਧਰ ਜਾਈਏ, ਹੁਣ ਉਹਨਾਂ ਲਈ ਬਿਲਕੁਲ ਰਾਹ ਸਾਫ਼ ਹੋ ਜਾਊਗਾ। ਔਰ ਆਉਂਦੇ ਦਿਨਾਂ 'ਚ ਤੁਹਾਨੂੰ ਪੰਜਾਬ 'ਚ ਵੀ ਔਰ ਦੇਸ਼ ਦੇ ਬਾਕੀ ਥਾਵਾਂ 'ਚ ਵੀ ਕਾਂਗਰਸੀ ਛਾਲਾਂ ਮਾਰਦੇ ਨਜ਼ਰ ਆਉਣਗੇ। ਜੀ ਤਾਂ ਦੀਪਕ ਜੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਜੋ ਦਰਬਾਰ ਸਾਹਿਬ ਦੀ ਫੇਰੀ ਸੀ ਉਸ ਨੂੰ ਲੈ ਕੇ ਵੀ ਕਾਫੀ ਵਿਵਾਦ ਛਿੜਿਆ ਹੋਇਆ। ਐਸਜੀਪੀਸੀ ਨੇ ਵੀ ਸਵਾਲ ਚੁੱਕੇ ਨੇ ਕਿਉਂਕਿ ਐਤਵਾਰ ਨੂੰ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਜਾਂਦੇ ਨੇ, ਜਿੱਥੇ ਹੋਰ ਵੀ ਸਿੱਖ ਸੰਗਤਾਂ ਮੌਜੂਦ ਹੁੰਦੀਆਂ ਨੇ, ਪਰ ਉਹ ਵੀਆਈਪੀ ਸਿਕਿਉਰਿਟੀ ਦੇ ਨਾਲ ਸ੍ਰੀ ਦਰਬਾਰ ਸਾਹਿਬ ਅੰਦਰ ਦਾਖਲ ਹੁੰਦੇ ਨੇ, ਤਾਂ ਕਾਫੀ ਵਿਵਾਦਾਂ ਦੇ ਵਿੱਚ ਇਹ ਚੀਜ਼। ਜਤਿੰਦਰ ਜੀ, ਮਹਾਰਾਜਾ ਰਣਜੀਤ ਸਿੰਘ ਜਦੋਂ ਦਰਬਾਰ ਸਾਹਿਬ ਜਾਂਦੇ ਸੀ ਜੀ ਤਦ ਉਹਨਾਂ ਨੂੰ ਉੱਥੇ ਜਥੇਦਾਰ ਸਾਹਿਬ ਕਦੇ ਮਹਾਰਾਜਾ ਕਹਿ ਕੇ, ਰਾਜਾ ਕਹਿ ਕੇ ਨਹੀਂ ਬੁਲਾਉਂਦੇ ਸੀ, ਭਾਈ ਸਾਹਿਬ ਕਹਿ ਕੇ ਬੁਲਾਉਂਦੇ ਸੀ ਜੀ, ਕਿਉਂਕਿ ਉੱਥੇ ਬੰਦਾ ਇੱਕ ਇਨਸਾਨ ਬਣ ਕੇ ਜਾਂਦਾ, ਇੱਕ ਸ਼ਰਧਾਲੂ ਬਣ ਕੇ ਜਾਂਦਾ ਜੀ। ਸੋ ਉੱਥੇ ਜਦੋਂ ਉਸ ਸਮੇਂ ਦੇ ਰਾਜ ਭਾਗ ਵਾਲੇ ਵੀ ਆਏ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕਣਾ ਹੈ, ਕਹਿੰਦੇ ਪਹਿਲਾਂ ਲੰਗਰ ਛਕੋ ਜੀ। ਸੋ ਤਾਂ ਕਿ ਤੁਹਾਨੂੰ ਮਰਿਆਦਾ ਪਤਾ ਹੋਵੇ ਕਿ ਇਸ ਪੰਗਤ ਦੇ ਵਿੱਚ ਸਾਰੇ ਇੱਕ ਹੈ, ਉਸ ਪੰਗਤ 'ਚ ਬੈਠਣ ਵਾਲਾ ਸੰਗਤ ਹੈ, ਉੱਥੇ ਕੋਈ ਰਾਜਾ ਨਹੀਂ, ਕੋਈ ਰੰਕ ਨਹੀਂ। ਸੋ ਇਸ ਲਈ ਉਹ ਲੰਗਰ ਦੀ ਪ੍ਰਥਾ ਇਸ ਚੀਜ਼ ਦਾ ਸੰਕੇਤ ਹੈ ਕਿ ਇੱਥੇ ਸਮਾਨਤਾ ਹੈ ਜੀ। ਪਰ ਭਾਈ ਇਹ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ, ਉਹਨਾਂ ਨੂੰ ਵੀਆਈਪੀ ਸਹੂਲਤਾਂ ਦੀ ਕੀ ਲੋੜ ਹੈ? ਇਹ ਤਾਂ ਉਹ ਲੋਕ ਨੇ ਜਿਹੜੇ ਕਹਿੰਦੇ ਸੀ ਕਿ ਲਾਲ ਬੱਤੀ ਕਲਚਰ ਖਤਮ ਕਰਾਂਗੇ, ਝੰਡੀ ਵਾਲੀਆਂ ਕਾਰਾਂ ਖਤਮ ਕਰਾਂਗੇ, ਆ ਪੁਲਿਸ ਸਿਕਿਉਰਿਟੀ ਵਾਲੇ ਮਸਲੇ ਖਤਮ ਕਰ ਦਾਂਗੇ, ਜਿਨ੍ਹਾਂ ਨੂੰ ਡਰ ਲੱਗਦਾ ਸਿਕਿਉਰਿਟੀ ਰੱਖਣੀਆਂ, ਮੁਰਗੀ ਖਾਨੇ ਖੋਲ੍ਹ ਲੈਣ, ਇਹ ਤਾਂ ਉਹ ਲੋਕ ਨੇ ਜੀ। ਸੋ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੇ ਬਣ ਕੇ ਜਾਂਦੇ ਨੇ ਖਾਸ, ਉਹ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ। ਉਹ ਤੁਸੀਂ ਗੁਰੂ ਘਰ ਜਾਣ ਲੱਗੇ, ਧਾਰਮਿਕ ਸਥਾਨ ਜਾਣ ਲੱਗੇ ਤਾਂ ਆਪਣੀ ਮੁੱਖ ਮੰਤਰੀ ਵਾਲੀ ਕੁਰਸੀ ਬਾਹਰ ਛੱਡ ਜਾਓ। ਘੱਟੋ ਘੱਟ ਇਹ ਭਗਵੰਤ ਮਾਨ ਤੋਂ ਉਮੀਦ ਨਹੀਂ ਸੀ ਕਿ ਤੁਸੀਂ ਵੀ ਉਸੇ ਰਾਹ ਤੇ ਲਾਲ ਲਸ਼ਕਰ ਲੈ ਕੇ ਜਾਓਗੇ ਕਿ ਉੱਥੇ ਪਹਿਲਾਂ ਵੀ ਜਦੋਂ ਕੈਪਟਨ ਅਮਰਿੰਦਰ ਵਰਗੇ ਜਾਂਦੇ ਸੀ, ਰਾਹੁਲ ਗਾਂਧੀ ਕਦੇ ਆ ਗਏ ਜੀ, ਕਦੇ ਮੋਦੀ ਆ ਗਏ ਜੀ, ਕਦੇ ਸੁਖਬੀਰ ਬਾਦਲ ਹੋਰੀ ਜਾਂਦੇ ਨੇ। ਸੁਖਬੀਰ ਬਾਦਲ ਹੋਰਾਂ ਨਾਲ ਤਾਂ ਟਾਸਕ ਫੋਰਸ ਵੀ ਵਿੱਚ ਵੜ ਜਾਂਦੀ ਆ, ਸੰਗਤਾਂ ਨੂੰ ਧੱਕੇ ਮਾਰਦੇ ਸੀ, ਉਹ ਵੀ ਦੇਖੇ ਨੇ। ਸੋ ਲੋਕਾਂ ਨੂੰ ਪਰੇ ਧੱਕਦੇ। ਸੋ ਹੁਣ ਇਹ 'ਚ ਕੀ ਫਰਕ ਰਿਹਾ? ਇਹ ਤਾਂ ਉਹ ਤੋਂ ਵੀ ਹੱਦ ਟੱਪੀ, ਉਹ ਪੁਲ ਤੋਂ ਸ਼ੁਰੂ ਹੋ ਗਏ, ਪਾਰਕਿੰਗ ਵਾਲੇ ਪਾਸੇ ਤੋਂ ਲੈ ਕੇ ਖੁੱਲੇ ਗਲਿਆਰੇ ਵਾਲੇ ਪਾਸੇ, ਜਿਹੜੇ ਪਾਸਿਓਂ ਵੀ ਦਰਬਾਰ ਸਾਹਿਬ ਨੂੰ ਰਾਹ ਆਉਂਦਾ ਉਸ ਥਾਂ ਦੇ ਸਾਰੇ ਚੱਪੇ ਚੱਪੇ ਤੇ ਪੁਲਿਸ ਖੜਾਤੀ ਜੀ। ਸੜਕਾਂ ਰੋਕਤੀਆਂ ਦਰਬਾਰ ਸਾਹਿਬ ਨੂੰ ਜਾਣ ਵਾਲੀਆਂ, ਇਦਾਂ ਕਦੇ ਪਹਿਲਾਂ ਨਾਕੇ ਨਹੀਂ ਲੱਗੇ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਚਾਹੇ ਮਨਮੋਹਨ ਸਿੰਘ ਆਏ, ਚਾਹੇ ਮੋਦੀ ਆਏ, ਚਾਹੇ ਵਾਜਪਾਈ ਆਏ, ਕਦੇ ਇਦਾਂ ਨਾਕੇ ਨਹੀਂ ਲੱਗੇ। ਰਾਸ਼ਟਰਪਤੀ ਤੱਕ ਆਏ ਜੀ, ਦਰਬਾਰ ਸਾਹਿਬ ਨੂੰ ਜਾਂਦੀਆਂ ਸੜਕਾਂ ਰੋਕੀਆਂ ਗਈਆਂ, ਸ਼ਰਧਾਲੂ ਧੁੱਪੇ ਖੜਾਏ ਰੱਖੇ, ਪੁਲਿਸ ਨੇ ਡੰਡੇ ਨਾਲ ਧੱਕੇ ਨਾਲ ਉਹਨਾਂ ਨੂੰ ਰੋਕ ਕੇ ਰੱਖਿਆ ਕਿ ਅੰਦਰ ਨਹੀਂ ਜਾਣਾ। ਸੀਐਮ ਸਾਹਿਬ ਮੱਥਾ ਟੇਕ ਰਹੇ ਨੇ, ਸੀਐਮ ਸਾਹਿਬ ਪਰਿਵਾਰ ਸਣੇ ਮੱਥਾ ਟੇਕ ਰਹੇ ਨੇ। ਭਾਈ ਦਰਬਾਰ ਸਾਹਿਬ 'ਚ ਸੀਐਮ ਨਹੀਂ ਹੁੰਦਾ ਕੋਈ, ਗੁਰੂ ਘਰ ਦੇ ਵਿੱਚ ਧਾਰਮਿਕ ਸਥਾਨ ਦੇ ਵਿੱਚ ਮੰਦਿਰ ਮਸਜਿਦ 'ਚ ਜਾ ਕੇ ਤੁਸੀਂ ਕੋਈ ਬੜੇ ਨਹੀਂ ਗੇ, ਉੱਥੇ ਸਿਰਫ ਸ਼ਰਧਾਲੂ ਬਣ ਕੇ ਜਾਣਾ ਪੈਂਦਾ, ਤਾਂ ਉੱਥੇ ਅਸੀਸਾਂ ਵੀ ਮਿਲਦੀਆਂ, ਤਾਂ ਗੁਰੂ ਦਾ ਪ੍ਰਸ਼ਾਦ ਵੀ ਮਿਲਦਾ। ਪਰ ਭਗਵੰਤ ਮਾਨ ਕੱਲ ਆਮ ਆਦਮੀ ਬਣ ਕੇ ਨਹੀਂ ਗਏ ਤੇ ਇਹਦੀ ਚਰਚਾ ਹੈ। ਉੱਥੇ ਪਹਿਲਾ ਪ੍ਰਕਾਸ਼ ਦਿਹਾੜਾ ਸੀ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਤੇ ਉਸ ਸਮੇਂ ਸੰਗਤਾਂ ਬੜੇ ਉਤਸ਼ਾਹ ਨਾਲ, ਬੜੇ ਚਾਅ ਨਾਲ ਉਸ ਸਮੇਂ ਆਈਆਂ। ਤੇ ਜਦੋਂ ਉਹਨਾਂ ਨੂੰ ਇੱਦਾਂ ਧੱਕੇ ਮਾਰੇ ਗਏ, ਇੱਦਾਂ ਰੋਕ ਕੇ ਰੱਖਿਆ ਗਿਆ, ਕਤਾਰ 'ਚ ਖੜਾਈ ਰੱਖਿਆ, ਬਾਹਰ ਪੁਲਿਸ ਨੇ ਉਹਨਾਂ 'ਤੇ ਪਹਿਰੇਦਾਰੀ ਕੀਤੀ, ਤਾਂ ਉਹ ਕੀ ਸੁਨੇਹਾ ਲੈ ਕੇ ਜਾਣਗੇ ਔਰ ਸਰਕਾਰ ਬਾਰੇ ਕਿਹੜਾ ਅਕਸ ਲੈ ਕੇ ਜਾਣਗੇ? ਸੋ ਇਸ ਲਈ ਇਸ ਮਸਲੇ ਦੇ ਉੱਤੇ ਖੁਦ ਭਗਵੰਤ ਮਾਨ ਨੂੰ ਗੌਰ ਕਰਨੀ ਪੈਣੀ ਆ। ਹੋ ਸਕਦਾ ਕੱਲ੍ਹ ਜਾਣ ਲੱਗੇ ਉਹਨਾਂ ਨੂੰ ਪਤਾ ਹੀ ਨਾ ਹੋਵੇ, ਪੁਲਿਸ ਨੇ ਆਪਣੇ ਆਪੇ ਪ੍ਰਬੰਧ ਅਜਿਹਾ ਕਰ ਲਿਆ ਹੋਵੇ, ਅਧਿਕਾਰੀਆਂ ਦੇ ਕਿਸੇ 'ਤੇ ਕਰ ਲਿਆ ਹੋਵੇ, ਪਰ ਦੂਏ ਦਿਨ ਤਾਂ ਖਬਰਾਂ ਨਸਰ ਹੋ ਗਈਆਂ, ਚਰਚਾਵਾਂ ਬਾਹਰ ਆ ਗਈ। ਉਹ ਤੋਂ ਬਾਅਦ ਕੀ ਐਕਸ਼ਨ ਲਿਆ? ਕੋਈ ਬੋਲ ਆਇਆ ਕਿ ਹਾਂ ਭਾਈ ਮਾੜਾ ਹੋਇਆ, ਮੈਂ ਸੰਗਤ ਤੋਂ ਮਾਫੀ ਮੰਗਦਾ, ਅੱਗੇ ਨੂੰ ਮੇਰਾ ਅਜਿਹਾ ਨਹੀਂ ਹੋਊਗਾ? ਜੇ ਆਉਣਾ ਬਿਨਾਂ ਦੱਸੇ ਆਓ, ਆਮ ਸ਼ਰਧਾਲੂ ਬਣ ਕੇ ਆਜੋ, ਇੰਨਾ ਤਾਮਚਾਮ ਕਿਉਂ? ਸੋ ਕਈ ਆਪਾਂ ਦੇਖੇ ਨੇ, ਫੋਟੋ ਵੀ ਪਤਾ ਲੱਗਦੀ ਹੈ, ਬਾਅਦ ਚੋਂ ਦਰਬਾਰ ਸਾਹਿਬ ਮੱਥਾ ਟੇਕ ਕੇ ਵੀ ਚਲੇ ਜਾਂਦੇ ਨੇ, ਹੋਰ ਥਾਵਾਂ ਤੇ ਧਾਰਮਿਕ ਦੇਸ਼ ਭਰ ਦੀਆਂ ਵੱਖ-ਵੱਖ ਸਥਾਨਾਂ ਦੇ ਉੱਤੇ ਜਾ ਕੇ ਚਲੇ ਜਾਂਦੇ ਨੇ, ਉਹ ਬਾਅਦ ਚੋਂ ਫੋਟੋ ਹੀ ਆਉਂਦੀ ਹੈ ਕੋਈ ਨਾ ਕੋਈ ਫਲਾਣਾ ਮੱਥਾ ਟੇਕ ਗਿਆ ਜੀ। ਸੋ ਜਦੋਂ ਇਦਾਂ ਆਓਗੇ ਤਾਂ ਤੁਸੀਂ ਗੁਰੂ ਘਰ ਦੀਆਂ ਅਸੀਸਾਂ ਵੀ ਲਾਓਗੇ ਤੇ ਸੰਗਤਾਂ ਦਾ ਪਿਆਰ ਵੀ ਲਾਓਗੇ। ਸੋ ਇਹ ਕੱਲ ਭਗਵੰਤ ਮਾਨ ਹੋਰਾਂ ਦੀ ਪਰਸੋਂ ਕੀਤੀ ਗਈ ਨਲਾਇਕੀ ਸੀ, ਇਹ ਗਲਤੀ ਸੀ, ਉਹਦੇ ਪਰ ਮੁੱਖ ਮੰਤਰੀ ਸਾਹਿਬ ਨੂੰ ਗੌਰ ਕਰਨਾ ਚਾਹੀਦਾ। ਜੇਕਰ ਅਫਸਰਸ਼ਾਹੀ ਨੇ ਆਪਣੇ ਆਪ ਕੀਤੀ ਹੈ ਤਾਂ ਉਹਨਾਂ ਨੂੰ ਤਾੜਨਾ ਵੀ ਕਰਨੀ ਚਾਹੀਦੀ ਹੈ ਔਰ ਸੰਗਤ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਤੇ ਨੋਟਿਸ ਲਿਆ, ਉਹਨਾਂ ਨੇ ਕਿਹਾ ਕਿ ਅਸੀਂ ਅੱਗੇ ਨੂੰ ਧਿਆਨ ਰੱਖਾਂਗੇ, ਪਰ ਸ਼੍ਰੋਮਣੀ ਕਮੇਟੀ ਧਿਆਨ ਰੱਖੇ ਕਿ ਇਸੇ ਸੰਗਤ ਦੇ ਵਿੱਚ ਜੇਕਰ ਵੀਆਈਪੀ ਬਣ ਕੇ ਸੁਖਬੀਰ ਬਾਦਲ ਤੇ ਉਹਨਾਂ ਦਾ ਟੱਬਰ ਆਉਂਦਾ ਤਾਂ ਉਹਦੇ ਪਰ ਵੀ ਨਜ਼ਰ ਰੱਖਿਆ ਕਰੋ, ਉਹਨਾਂ ਲਈ ਸਰੋਪੇ ਵੱਖਰੇ ਨਾ ਪਾ ਲਿਆ ਕਰੋ। ਸੋ ਇਸ ਲਈ ਸਾਰਿਆਂ ਲਈ ਇਕਸਾਰਤਾ ਹੋਣੀ ਚਾਹੀਦੀ ਆ। ਇਸ ਮਸਲੇ ਤੇ ਸ਼੍ਰੋਮਣੀ ਕਮੇਟੀ ਨੂੰ ਧਿਆਨ ਰੱਖਣਾ ਪਊਗਾ ਔਰ ਸਰਕਾਰਾਂ ਨੂੰ, ਨੁਮਾਇੰਦਿਆਂ ਨੂੰ, ਅਫਸਰਾਂ ਨੂੰ ਵੀ ਇਹ ਗੱਲ ਮੰਨਣੀ ਪਊਗੀ ਕਿ ਭਾਈ ਜਦੋਂ
ਸੱਚਖੰਡ ਦਰਬਾਰ ਸਾਹਿਬ ਜਾਈਏ, ਕਿਸੇ ਹੋਰ ਧਾਰਮਿਕ ਸਥਾਨ ਜਾਈਏ, ਸਿਰਫ ਸ਼ਰਧਾਲੂ ਬਣ ਕੇ ਜਾਈਏ, VIP ਆਪਣਾ ਬਾਹਰ ਰੱਖ ਕੇ ਜਾਇਆ ਕਰੋ, ਜੋੜਾ ਘਰ ਹੈਗਾ ਉੱਥੇ ਜਮ੍ਹਾਂ ਕਰਾ ਜਾਇਆ ਕਰੋ ਜੀ। ਕਿਉਂਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਇੱਕ ਵੀਡੀਓ ਜਾਰੀ ਕਰਕੇ ਵੀ ਕਿਹਾ ਕਿ ਪਹਿਲਾਂ ਜਦੋਂ ਸੁਲਤਾਨਪੁਰ ਲੋਧੀ ਗਏ ਸੀ ਤਾਂ ਉਦੋਂ ਵੀ VIP ਸਿਕਿਉਰਿਟੀ ਲੈ ਕੇ ਗਏ ਸੀ, ਉਸ ਤੋਂ ਬਾਅਦ ਅੰਤਰਿਮ ਕਮੇਟੀ ਦੀ ਮੀਟਿੰਗ ਕੀਤੀ ਜਾਂਦੀ ਹੈ, ਇਸ ਤੋਂ ਬਾਅਦ ਅਪੀਲ ਕੀਤੀ ਜਾਂਦੀ ਹੈ ਕਿ ਗੁਰੂ ਘਰਾਂ ਦੇ ਵਿੱਚ ਸਿਕਿਉਰਿਟੀ ਨਾ ਲੈ ਕੇ ਆਈ ਜਾਵੇ ਕਿਉਂਕਿ ਇੱਥੇ ਕੀ ਖਤਰਾ, ਪਰ ਉਸ ਤੋਂ ਬਾਅਦ ਵੀ ਜੇ ਆਪਾਂ ਹੁਣ ਐਤਵਾਰ ਦੀ ਗੱਲ ਕਰੀਏ ਉਸ ਤੋਂ ਬਾਅਦ ਦੀ ਗੱਲ ਹੈ ਸਰ। ਬਿਲਕੁਲ ਜਤਿੰਦਰ ਜੀ, ਇਹ ਆਪਾਂ ਤਾਂ ਹੀ ਗੱਲ ਕਰ ਰਹੇ ਹਾਂ ਨਾ ਕਿ ਜੇਕਰ ਸੁਲਤਾਨਪੁਰ ਲੋਧੀ ਜੇ ਇਦਾਂ ਹੋਇਆ ਤਾਂ ਇਹਦਾ ਮਤਲਬ ਉਹ ਤੋਂ ਬਾਅਦ ਹੁਣ ਇੱਥੇ ਹੋਇਆ, ਇਹਦਾ ਮਤਲਬ ਇਹੀ ਮੰਨੀਏ ਕਿ ਖੁਦ ਭਗਵੰਤ ਮਾਨ ਚਾਹੁੰਦੇ ਨੇ ਮੇਰੇ ਲਈ VIP ਟ੍ਰੀਟਮੈਂਟ ਹੋਵੇ। ਜੇਕਰ ਸੁਲਤਾਨਪੁਰ ਲੋਧੀ ਵਾਲੀ ਤੁਹਾਨੂੰ ਜਾਣਕਾਰੀ ਮਿਲ ਗਈ, ਤੁਸੀਂ ਉਹ ਤੋਂ ਬਾਅਦ ਵੀ ਕਿਉਂ ਨਹੀਂ ਕਿਹਾ ਇਸ ਵਾਰ ਜਾਣ ਤੋਂ ਪਹਿਲਾਂ ਚੈੱਕ ਕਰਾ ਲੈਂਦੇ, ਆਪਣੇ ਪੁਲਿਸ ਅਧਿਕਾਰੀਆਂ ਤੋਂ ਪਤਾ ਕਰਾ ਲੈਂਦੇ, ਆਪਣੇ ਸਲਾਹਕਾਰਾਂ ਨੂੰ ਕਹਿ ਲੈਂਦੇ ਕਿ ਭਾਈ ਪਤਾ ਕਰੋ ਕੋਈ ਅਜਿਹਾ ਤਾਮਝਾਮ ਨਹੀਂ ਚਾਹੀਦਾ ਮੈਨੂੰ, ਮੈਂ ਚੁੱਪ ਕਰਕੇ ਗੱਡੀ ਜਾਣਾ, ਮੈਂ ਮੱਥਾ ਟੇਕ ਕੇ ਆਉਣਾ। ਜੇਕਰ ਤੁਹਾਨੂੰ ਦਰਬਾਰ ਸਾਹਿਬ 'ਚ ਵੀ ਖਤਰਾ ਲੱਗਦਾ ਆਪਣੀ ਜਾਨ ਨੂੰ ਤਾਂ ਫਿਰ ਇਹਦਾ ਮਤਲਬ ਤੁਸੀਂ ਹੱਦ ਹੈ ਫਿਰ ਤਾਂ, ਪਰ ਮੌਤ ਤਾਂ ਆਉਣੀ ਓ ਹੈ, ਅਟੱਲ ਸੱਚਾਈ ਹੈ, ਕਿੱਥੇ ਤੱਕ ਭੱਜ ਲੂਗਾ ਬੰਦਾ, ਸੋ ਕੋਈ ਵੀ ਨਹੀਂ ਭੱਜ ਸਕਦਾ ਉਸ ਤੋਂ ਬਚ ਕੇ ਤਾਂ। ਸੋ ਇਸ ਲਈ ਇਹ ਚੀਜ਼ਾਂ ਕਿਤੇ ਨਾ ਕਿਤੇ ਭਗਵੰਤ ਮਾਨ ਲਈ ਆਉਣ ਵਾਲੇ ਦਿਨਾਂ 'ਚ ਦਿੱਕਤਾਂ ਪੈਦਾ ਕਰਨਗੀਆਂ। ਉਹਨਾਂ ਨੂੰ ਸੁਲਤਾਨਪੁਰ ਲੋਧੀ ਵਾਲੇ ਉਸ ਵਰਤਾਰੇ ਤੋਂ ਬਾਅਦ ਹੀ ਆਪਣੇ ਵਿਵਹਾਰ 'ਚ, ਆਪਣੇ ਤਾਮ-ਝਾਮ 'ਚ ਤਬਦੀਲੀ ਲਿਆਉਣੀ ਚਾਹੀਦੀ ਸੀ, ਪਰ ਉਹ ਨਹੀਂ ਲਿਆਂਦੀ। ਤਾਂ ਇਸ ਲਈ ਇਹ ਸਵਾਲ ਖੜਾ ਹੁੰਦਾ ਕਿ ਇਹਦਾ ਮਤਲਬ ਇਹ ਅਫਸਰਸ਼ਾਹੀ ਨਹੀਂ, ਖੁਦ ਤੁਹਾਡੀ ਇੱਛਾ ਹੈ ਕਿ ਮੈਂ VIP ਬਣ ਕੇ ਜਾਵਾਂ, ਕਿਉਂਕਿ ਲੋਕ ਤਾਂ ਪਰਿਵਾਰਕ ਫੋਟੋਆਂ ਵੀ ਕੱਢਣ ਲੱਗ ਗਏ, ਉਹ ਜਨਤਕ ਕਰਨ ਲੱਗੇ ਸੋਸ਼ਲ ਮੀਡੀਆ ਤੇ ਕਿ ਪਰਿਵਾਰਕ ਪਹਿਲਾਂ ਕਿਸ ਰੂਪ 'ਚ ਪਰਿਵਾਰ ਰਹਿੰਦਾ ਸੀ, ਹੁਣ ਕੀ। ਇਹਦਾ ਮਤਲਬ ਸਿਆਸੀ ਰੰਗ ਚੜ ਗਿਆ ਹੈ ਜੀ, ਤੇ ਇਹ ਕੁਰਸੀ ਦਾ ਜਿਹੜਾ ਰੰਗ ਹੈ, ਨਸ਼ਾ ਹੈ, ਉਹ ਹੁਣ ਸਿਰ ਚੜ ਕੇ ਬੋਲਣ ਲੱਗਿਆ ਜੀ। ਤਾਂ ਦੀਪ ਜੀ, ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੇ ਵੱਲੋਂ ਪਹਿਲਾਂ ਵੀ ਧਰਨੇ ਪ੍ਰਦਰਸ਼ਨ ਕੀਤੇ ਗਏ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਸਰਕਾਰਾਂ ਬਦਲਦੀਆਂ ਰਹੀਆਂ ਪਰ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਜਿਉਂ ਦੀਆਂ ਤਿਉਂ ਨੇ। ਤਾਂ ਹੁਣ ਇੱਕ ਚਰਚਾ ਛਿੜੀ ਹੋਈ ਹੈ ਕਿ ਪੰਜਾਬ ਰੋਡਵੇਜ਼ ਦਾ 1 ਮਿੰਟ 40,000 ਰੁਪਏ ਦੇ ਵਿੱਚ ਵਿਕ ਰਿਹਾ ਹੈ, ਕੀ ਹੈ? ਨਹੀਂ 40,000 ਨਹੀਂ, 40 ਰੁਪਏ 'ਚ ਵਿਕਦਾ 1 ਮਿੰਟ, ਉੱਪਰ ਕਰੋੜਾਂ 'ਚ ਬਣ ਜਾਂਦਾ ਹੈ ਜੀ। ਕਹਾਣੀ ਇਹ ਹੈ ਜਤਿੰਦਰ ਜੀ ਕਿ ਪੰਜਾਬ ਦੇ ਵਿੱਚ ਇਸ ਮੌਕੇ ਵੀ ਪੰਜਾਬ ਦੀ ਰੋਡਵੇਜ਼ ਨੂੰ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਚਲਾ ਰਿਹਾ ਜੀ। ਰੋਡਵੇਜ਼ ਸਰਕਾਰੀ ਹੈ, ਮੁਲਾਜ਼ਮ ਸਰਕਾਰੀ ਨੇ, ਬੱਸਾਂ ਸਰਕਾਰ ਦੀਆਂ ਨੇ, ਸੋ ਪਰ ਉਹਨਾਂ ਨੂੰ ਚਲਾ ਰਿਹਾ ਪ੍ਰਾਈਵੇਟ ਮਾਫੀਆ। ਇਹ ਉਹ ਟਰਾਂਸਪੋਰਟ ਮਾਫੀਆ ਜਿਹਦੇ ਖਿਲਾਫ ਰੈਲੀਆਂ 'ਚ ਭਗਵੰਤ ਮਾਨ ਬੋਲਦੇ ਰਹੇ ਨੇ, ਜਿਹਦੇ ਖਿਲਾਫ ਨਵਜੋਤ ਸਿੱਧੂ ਨੇ ਬਹੁਤ ਮੁੱਦਾ ਚੁੱਕਿਆ ਹੈ। ਸੋ ਪੰਜਾਬ ਦੇ ਵਿੱਚ ਸਰਕਾਰ ਬਦਲ ਗਈ ਪਰ ਸਿਸਟਮ ਨਹੀਂ ਬਦਲਿਆ। ਜਤਿੰਦਰ ਜੀ, ਕਹਾਣੀ ਕੀ ਆ ਕਿ ਬੱਸ ਅੱਡੇ ਦੇ ਉੱਤੇ ਕਾਊਂਟਰ ਤੇ ਬੱਸ ਲੱਗਦੀ ਆ ਜੀ, ਉਹਦਾ ਟਾਈਮ ਹੈ ਕਿ 10 ਵਜੇ ਕੇ ਉਹਨੇ 12 ਮਿੰਟ ਤੇ ਕਾਊਂਟਰ ਛੱਡਣਾ, ਪਰ ਉਹ ਬੱਸ 10 ਵਜੇ ਕੇ 11 ਮਿੰਟ ਤੇ ਕਾਊਂਟਰ ਛੱਡ ਦਿੰਦੀ ਆ ਜੀ, ਤੇ ਅਗਲੀ ਬੱਸ ਆ ਕੇ ਪ੍ਰਾਈਵੇਟ ਲੈਂਦੀ। 1 ਮਿੰਟ ਪਹਿਲਾਂ ਕਾਊਂਟਰ ਛੱਡਣ ਦਾ ਹਰ ਬੱਸ ਕਾਊਂਟਰ ਛੱਡਣ ਦੇ ਪਿੱਛੇ 40 ਰੁਪਏ ਮਿਲਦੇ ਨੇ ਜੀ, ਤੇ ਇੱਕ ਕਾਊਂਟਰ ਤੇ ਇੱਕ ਅੱਡੇ ਦੇ ਵਿੱਚ ਐਵਰੇਜ 3000 ਰੁਪਇਆ ਬਣ ਜਾਂਦਾ ਜੀ, ਤੇ ਪੂਰੇ ਪੰਜਾਬ 'ਚ ਇੱਕ ਦਿਨ ਦਾ 1 ਕਰੋੜ ਬਣ ਜਾਂਦਾ, ਮਹੀਨੇ ਦਾ 30 ਕਰੋੜ ਰੁਪਇਆ ਬਣ ਜਾਂਦਾ। ਤੇ ਇਹ ਸਾਰੀ ਖੇਡ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਕਰ ਰਿਹਾ। ਕਾਊਂਟਰ ਛੱਡਣ ਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਰੋਡਵੇਜ਼ ਦੇ ਡਰਾਈਵਰ ਨੇ ਜਾਂ ਕੰਡਕਟਰ ਨੇ ਬੱਸ ਪਹਿਲਾਂ ਤੋਰ ਲਈ, ਕੰਡਕਟਰ ਨੇ 1 ਮਿੰਟ ਪਹਿਲਾਂ ਸੀਟੀ ਮਾਰਤੀ ਤੇ 40 ਰੁਪਏ ਉਹਨੂੰ। ਇਹ ਕੰਡਕਟਰ ਦਾ ਸਵਾਲ ਨਹੀਂ, ਸਵਾਲ ਇਹ ਅੱਡਾ ਇੰਚਾਰਜ, ਸਵਾਲ ਇਹ ਹੈ ਇੰਚਾਰਜ, ਸਵਾਲ ਹੈ GM, ਸਵਾਲ ਹੈ ਚੰਡੀਗੜ੍ਹ 'ਚ ਬੈਠੇ ਅਧਿਕਾਰੀ, ਇਹਦੀ ਜੇਬ 'ਚ ਜਾਂਦੇ ਨੇ ਉਹ। ਇੱਕ ਦਿਨ ਦਾ 1 ਕਰੋੜ ਪੰਜਾਬ ਤੋਂ। ਸੋ ਪੰਜਾਬ ਦੇ ਸਾਰੇ ਅੱਡਿਆਂ ਤੇ ਇੱਕ ਖੇਡ ਬਰਕਰਾਰ ਹੈ ਕਿ ਪ੍ਰਾਈਵੇਟ ਟਰਾਂਸਪੋਰਟ ਮਾਫੀਏ ਨੂੰ ਅੱਡੇ ਦੇ ਉੱਤੇ ਵੱਧ ਸਮਾਂ ਦੇਣ ਲਈ ਜਿਹੜੀ ਰੋਡਵੇਜ਼ ਦੀ ਬੱਸ ਲੱਗਦੀ ਹੈ ਉਹ ਤੋਂ ਅਗਲਾ ਜਦੋਂ ਟਾਈਮ ਪ੍ਰਾਈਵੇਟ ਵਾਲਾ ਹੈ ਤਾਂ ਉਹਨੂੰ 1 ਮਿੰਟ ਪਹਿਲਾਂ ਤੋਰ ਦਿੱਤਾ ਜਾਂਦਾ ਹੈ, ਔਰ ਉਹ ਕੰਡਕਟਰ ਡਰਾਈਵਰ ਨੂੰ ਧੱਕੇ ਨਾਲ ਉੱਥੋਂ ਭੇਜਿਆ ਜਾਂਦਾ। ਉਹਦੇ ਪਿੱਛੇ ਮਾਫੀਆ ਇੰਨਾ ਮਜ਼ਬੂਤ ਹੈ ਤੇ ਪਰ ਬੱਸ ਦੇ ਪਿੱਛੇ 40 ਰੁਪਏ ਦਾ ਹਿਸਾਬ ਹੈ, ਤੇ ਇੱਕ ਦਿਨ 'ਚ ਇੱਕ ਕਾਊਂਟਰ ਦਾ 3000 ਬਣ ਜਾਂਦਾ, ਤੇ ਪੂਰੇ ਪੰਜਾਬ ਦਾ ਔਸਤਨ 1 ਕਰੋੜ ਤੋਂ ਵੱਧ ਬਣਦਾ ਇੱਕ ਦਿਨ ਦਾ ਜੀ, ਤੇ ਮਹੀਨੇ ਦਾ 30 ਕਰੋੜ ਤੋਂ ਉੱਪਰ ਬਣ ਗਿਆ। ਤੇ ਮਾਫੀਆ ਇਸ ਕਦਰ ਹਾਵੀ ਆ ਕਿ ਰਾਜ ਬਾਦਲਾਂ ਦਾ ਰਿਹਾ, ਰਾਜ ਕੈਪਟਨ ਦਾ ਰਿਹਾ, ਕਾਂਗਰਸੀਆਂ ਦਾ ਆਇਆ ਚਾਹੇ ਅਕਾਲੀਆਂ ਦਾ ਆਇਆ, ਟਰਾਂਸਪੋਰਟ ਮਾਫੀਆ ਉਸੇ ਤਰ੍ਹਾਂ ਚੱਲਦਾ ਰਿਹਾ, ਕਿਉਂਕਿ ਉਹ 'ਚ ਰਾਜਨੀਤਿਕ ਘਰਾਣਿਆਂ ਦੀ ਸਾਂਝ ਹੈ। ਪੰਜਾਬ 'ਚ 2 ਤਰ੍ਹਾਂ ਦੇ ਕਾਰੋਬਾਰ ਖਾਸ ਕਰਕੇ, ਇੱਕ ਟਰਾਂਸਪੋਰਟ ਦਾ ਤੇ ਇੱਕ ਸ਼ਰਾਬ ਦਾ। ਸ਼ਰਾਬ ਦੇ ਠੇਕੇ ਤਾਂ ਅਕਾਲੀ ਕਾਂਗਰਸੀਆਂ ਨੇ ਕਈਆਂ ਨੇ ਮਿਲ ਕੇ ਲਏ ਹੋਏ ਨੇ, BJP ਵਾਲੇ ਵੀ ਉਹ ਤੋਂ ਅਛੂਤੇ ਨਹੀਂ ਰਹੇ। ਸੋ ਉਸੇ ਤਰ੍ਹਾਂ ਬੱਸਾਂ ਵਾਲਾ, ਦੋਏ ਪਾਰਟੀਆਂ ਦੇ ਜ਼ਿਆਦਾਤਰ ਰਾਜਨੀਤਿਕ ਵੱਡੇ ਘਰਾਣਿਆਂ ਦੀਆਂ ਬੱਸਾਂ ਨੇ, ਤੇ ਇਸ ਲਈ ਜਿਹਦੀ ਮਰਜ਼ੀ ਸਰਕਾਰ ਆਵੇ ਉਵੇਂ ਚੱਲ ਰਹੀ ਹੈ। ਪਰ ਹੁਣ ਤਾਂ ਸਰਕਾਰ ਬਦਲ ਗਈ, ਹੁਣ ਤਾਂ ਬਦਲਾਅ ਵਾਲੀ ਸਰਕਾਰ ਹੈ। ਉਹਦੇ ਬਾਵਜੂਦ ਜੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਚਲਾ ਰਿਹਾ ਬੱਸਾਂ ਨੂੰ ਤਾਂ ਹੱਦ ਹੈ। ਹਾਂ, ਇਹਦੇ ਵਿੱਚ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ MLA ਦੀਆਂ ਬੱਸਾਂ ਵੀ ਚੱਲਦੀਆਂ, ਇਹ ਵੀ ਖਾਸ। ਹਲੋ, ਮੈਂ ਰਿਪੋਰਟ ਸੀ ਇਸ ਵੇਲੇ ਇੱਕ ਅਖਬਾਰ ਦਾ ਸਰਵੇ ਹੈ, ਜਦੋਂ ਮੇਰੀ ਨਜ਼ਰ ਪਈ ਆਪਾਂ ਆਪਸੇ ਚਰਚਾ ਕੀਤੀ, ਆਪਾਂ ਇਹਦੇ ਪਰ ਚਰਚਾ ਜ਼ਰੂਰ ਕਰੀਏ ਕਿਉਂਕਿ ਇੱਕ ਪੱਖ ਸਾਹਮਣੇ ਆਉਂਦਾ। ਇਸ ਮੌਕੇ ਪੰਜਾਬ ਦੇ ਵਿੱਚ ਵੱਡੇ ਰਾਜਨੀਤਿਕ ਘਰਾਣੇ ਦੀਆਂ ਬੱਸਾਂ ਉਸੇ ਤਰ੍ਹਾਂ ਬਰਕਰਾਰ ਨੇ। 460 ਬੱਸਾਂ ਤਾਂ ਕਹਿੰਦੇ ਬਾਦਲਾਂ ਦੀਆਂ ਚੱਲਦੀਆਂ, ਉਹਦੇ ਵਿੱਚ ਕਹਿੰਦੇ ਕਿ ਔਰਬਿਟ ਹੈ, ਰਾਜਧਾਨੀ ਹੈ, ਡੱਬ ਵਾਲੀ ਹੈ, ਤੇ A to Z ਹੈ, DMM ਹੈ, ਇਹ ਬੱਸਾਂ ਉਹਨਾਂ ਦੀਆਂ ਚੱਲਦੀਆਂ ਨੇ। ਫਿਰ ਇੰਡੋ ਕੈਨੇਡੀਅਨ ਹੈ, ਉਹ ਚੱਲਦੀਆਂ ਨੇ। ਫਿਰ ਇਸੇ ਤਰ੍ਹਾਂ ਕਹਿੰਦੇ ਮਜੀਠੀਆ ਪਰਿਵਾਰ ਨਾਲ ਸੰਬੰਧਿਤ
ਪਟਿਆਲਾ ਐਕਸਪ੍ਰੈਸ ਹੈ, ਉਹ ਉਹਨਾਂ ਪਰਿਵਾਰ ਦੀ ਟਰਾਂਸਪੋਰਟ ਮਾਫੀਆ, ਉਹ ਵੀ ਚੱਲਦਾ ਕਹਿੰਦੇ। ਫਿਰ ਲਿਬੜਾ ਟਰਾਂਸਪੋਰਟ ਹੈ, ਪਹਿਲਾਂ ਕਾਂਗਰਸੀ, ਪਹਿਲਾਂ ਅਕਾਲੀ ਰਹੇ, ਹੁਣ ਕਾਂਗਰਸੀ ਹੋ ਗਏ ਉਹ ਲਿਬੜਾ, ਉਹਨਾਂ ਦੀ ਬੱਸਾਂ ਚੱਲਦੀਆਂ। ਕਰਤਾਰ ਬੱਸ ਸਾਰਿਆਂ ਨੂੰ ਪਤਾ ਹੈ, ਅਵਤਾਰ ਹੈਨਰੀ ਦੇ ਟੱਬਰ ਦੀਆਂ ਉਹਨਾਂ ਦੀਆਂ ਬੱਸਾਂ ਨੇ। ਸੋ ਇਸੇ ਤਰ੍ਹਾਂ ਪਿਆਰ ਬੱਸ ਹੈ, ਗਿੱਲ ਪਰਿਵਾਰ ਹੈ, ਕਾਂਗਰਸੀ ਧਿਰ ਚੋਂ ਨੇ। ਨਿਊ ਦੀਪ ਹੈ, ਦੀਪ ਢਿੱਲੋਂ ਹੋਰਾਂ ਦੀਆਂ ਬੱਸਾਂ ਨੇ, ਉਹ ਡਿੰਪੀ ਢਿੱਲੋਂ ਹੋਰਾਂ ਦੀਆਂ। ਬਾਬਾ ਬੁੱਢਾ ਸਾਹਿਬ ਬੱਸ ਸਰਵਿਸ ਹੈ, ਕਾਲੋਂ ਅਕਾਲੀ ਦਲ ਪਰਿਵਾਰ ਨਾਲ ਸੰਬੰਧਿਤ ਹੈ। ਫਿਰ ਹੁਸ਼ਿਆਰਪੁਰ ਐਕਸਪ੍ਰੈਸ ਹੈ, ਆਮ ਆਦਮੀ ਪਾਰਟੀ ਦੇ ਐਮਐਲਏ ਦੀਆਂ ਬੱਸਾਂ। ਸੋ ਇਹ ਵੀ ਹੁਣ ਇਸੇ ਲਾਈਨ 'ਚ ਖੜੇ ਨੇ। ਇੰਡੋ ਕੈਨੇਡੀਅਨ ਬਾਦਲਾਂ ਦੀ ਹੈ, ਜੁਝਾਰ ਬੱਸ ਅਕਾਲੀ ਦਲ ਦੀ ਹੈ। ਫਿਰ ਰਾਜਾ ਟਰਾਂਸਪੋਰਟ ਹੈ, ਮਜੀਠੀਆ ਦੇ ਨਜ਼ਦੀਕੀਆਂ ਦੀ ਹੈ, ਕਹਿੰਦੇ ਗ੍ਰੀਨ ਰੋਡਵੇਜ ਫਰੀਦਕੋਟ ਹੈ ਜੀ, ਕਹਿੰਦੇ ਇਹ ਢਿੱਲੋਂ ਹੋਰਾਂ ਦੀ। ਸੋ ਆਹ ਜਿਹੜਾ ਜਦੋਂ ਹੁਣ ਖਬਰ ਆਈ ਤੇ ਜੀਐਮ ਕਹਿੰਦੇ ਅੱਛਾ ਜੀ ਸਾਨੂੰ ਪਤਾ ਹੁਣੇ ਲੱਗਿਆ ਸੀ, ਹੁਣ ਧਿਆਨ ਰੱਖਾਂਗੇ ਅੱਗੇ ਤੋਂ ਨਹੀਂ ਹੋਊਗਾ। ਕੀ ਕੱਲੀ ਬੱਸ ਪਿੱਛੇ ਬੰਦਾ ਖੜਾ ਲਓਗੇ ਜੀ, ਜਾਂ ਤੁਹਾਡੀ ਸਹਿਮਤੀ ਤੋਂ ਬਿਨਾਂ ਬੱਸਾਂ? ਕੰਡਕਟਰ ਤੇ ਡਰਾਈਵਰ ਦੀ ਕੀ ਮਜਾਲਾ ਵਿਚਾਰੇ ਕਿ ਹਾਂ ਆਪਣੇ ਟਾਈਮ ਤੋਂ ਖੁੰਝ ਜਾਣ। ਉਹਨਾਂ ਦਾ ਡਰ ਰਹਿੰਦਾ ਕਿ ਸਾਡੀ ਇਨਕੁਆਇਰੀ ਨਾ ਹੋ ਜਾਵੇ, ਸਾਡੇ ਜਾਂਚ ਨਾ ਹੋ ਜਾਵੇ, ਸਾਡੇ ਚੈੱਕ ਕਰਨਾ ਪੈ ਜਾਵੇ। ਇਸ ਲਈ ਉਹਨਾਂ ਦੀ ਸੀਟੀ ਦੇ ਪਿੱਛੇ 40 ਰੁਪਏ ਕਿਹਦੀ ਜੇਬ 'ਚ ਜਾਂਦੇ ਨੇ, ਔਰ ਉਹ 40 ਗੁਣਾ ਹੋ ਕੇ ਕਦੋਂ 3000 ਬਣਦੇ ਨੇ ਤੇ ਕਦੋਂ ਪੂਰੇ ਸ਼ਾਮ ਤੱਕ 1 ਕਰੋੜ ਬਣ ਜਾਂਦੇ ਨੇ। ਤੇ ਉਹ ਮਲਾਈ ਸਰਕਾਰੀ ਮੁਲਾਜ਼ਮ ਖਾ ਰਹੇ ਨੇ ਉਸ ਅਦਾਰੇ ਦਾ ਭੱਠਾ ਵਠਾਉਣ ਲਈ ਜਿਹਦੇ ਉਹ ਮੁਲਾਜ਼ਮ ਨੇ ਤੇ ਜਿਹਦੇ ਸਿਰ ਤੇ ਉਹਨਾਂ ਦਾ ਘਰ ਚਲਾਉਣ ਦੇ ਲਈ ਉਹਨੂੰ ਨੌਕਰੀ ਮਿਲੀ ਆ। ਸੋ ਇਸ ਲਈ ਪੰਜਾਬ ਰੋਡਵੇਜ਼ ਦਾ ਭੱਠਾ ਪੰਜਾਬ ਰੋਡਵੇਜ਼ ਦੇ ਅਧਿਕਾਰੀ ਹੀ ਬਿਠਾ ਰਹੇ ਨੇ ਤੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਨੂੰ ਹੁੰਗਾਰਾ ਦੇਣ ਲਈ ਆਪਣੀ ਜੇਬ 'ਚ ਸਿੱਧੇ ਪੈਸੇ ਪਾ ਰਹੇ ਨੇ। 40 ਰੁਪਏ ਇੱਕ ਬੱਸ 1 ਮਿੰਟ ਪਹਿਲਾਂ ਕਾਊਂਟਰ ਛੱਡਣ ਵਿੱਚ ਆ ਖੇਡ ਜੀ। ਤਾਂ ਦੀਪ ਜੀ, ਚਰਚਾ ਇਹ ਵੀ ਛਿੜੀ ਹੋਈ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਰੋਕਣ ਦੇ ਲਈ ਬੀਜੇਪੀ ਅੰਨਾ ਹਜ਼ਾਰੇ ਨੂੰ ਇੱਕ ਹਥਿਆਰ ਵਜੋਂ ਵਰਤ ਰਹੀ ਹੈ, ਜਾਂ ਕਿ ਕੀ ਅੰਨਾ ਹਜ਼ਾਰੇ ਬੀਜੇਪੀ ਦਾ ਹਥਿਆਰ ਹੈ? ਜਦੋਂ ਅੰਨਾ ਹਜ਼ਾਰੇ ਹੋਰਾਂ ਦਾ ਅੰਦੋਲਨ ਸ਼ੁਰੂ ਹੋਇਆ ਜੀ, ਉਸ ਸਮੇਂ ਮਤਲਬ ਕਿ ਪੂਰਾ ਦੇਸ਼ ਐਂ ਲੱਗਿਆ ਕਿ ਜਿਵੇਂ ਦੇਸ਼ ਰੰਗ 'ਚ ਰੰਗਿਆ ਗਿਆ, ਭ੍ਰਸ਼ਟਾਚਾਰ ਤੋਂ ਮੁਕਤ ਹੋ ਗਿਆ ਦੇਸ਼। ਸਾਰੇ ਮੋਮਬੱਤੀਆਂ ਲੈ ਕੇ ਨਿਕਲ ਆਏ, ਸਾਰੇ ਧਰਨੇ ਲਾਉਣ ਚੱਲ ਗਏ, ਸਾਰੇ ਦਿੱਲੀ ਝੰਡੇ ਲੈ ਕੇ ਚੱਲ ਗਏ, ਦੇਸ਼ ਭਗਤੀ ਦੇ ਗੀਤ ਲੈ ਵੀ ਦੇਸ਼ 'ਚ ਤਾਂ ਰਿਸ਼ਵਤਖੋਰੀ ਖਤਮ। ਤੇ ਮੁੱਦਾ ਕੀ ਸੀਗਾ? ਲੋਕਪਾਲ, ਕਿ ਜੀ ਅਜਿਹਾ ਇੱਕ ਧਿਰ ਹੋਵੇ ਜਿਹੜੀ ਕਿਤੇ ਵੀ ਲੋਕਾਂ ਦੇ ਮਸਲਿਆਂ ਦਾ ਕੁਛ ਆਵੇ, ਭ੍ਰਸ਼ਟਾਚਾਰ ਕੀਤਾ ਹੋਵੇ, ਸਿੱਧੀ ਕਾਰਵਾਈ ਹੋ ਸਕੇ, ਉਹ ਲੋਕਪਾਲ ਦਾ ਗਠਨ ਹੋਣਾ ਚਾਹੀਦਾ, ਲੋਕਪਾਲ ਕਾਨੂੰਨ। ਅੰਨਾ ਹਜ਼ਾਰੇ ਜੀ ਦਾ ਅੰਦੋਲਨ ਵੀ ਹੋ ਗਿਆ, ਉਹ 'ਚੋਂ ਪਾਰਟੀ ਵੀ ਜੰਮ ਗਈ, ਪਾਰਟੀ ਨੇ ਸਰਕਾਰ ਵੀ ਬਣਾ ਲਈ 3 ਵਾਰ ਦਿੱਲੀ 'ਚ, ਪੰਜਾਬ 'ਚ ਵੀ ਸਰਕਾਰ ਬਣਾ ਲਈ, ਪਰ ਮੈਨੂੰ ਲੋਕਪਾਲ ਨਹੀਂ ਲੱਭਿਆ ਅਜੇ ਤੱਕ। ਦੱਸ ਦਿਓ ਮੈਨੂੰ, ਅੰਨਾ ਹਜ਼ਾਰੇ ਜੀ ਦੱਸ ਦੇਣ, ਕੇਜਰੀਵਾਲ ਜੀ ਦੱਸ ਦੇਣ, ਹੋ ਸਕਦਾ ਸਾਨੂੰ ਨਾ ਪਤਾ ਹੋਵੇ ਕਿ ਭਾਈ ਕੇਂਦਰ ਦੀਆਂ ਸਰਕਾਰਾਂ 'ਚ ਲੋਕਪਾਲ ਆ ਗਿਆ, ਪੰਜਾਬ ਦੀਆਂ ਸਰਕਾਰਾਂ 'ਚ ਲੋਕਪਾਲ ਆ ਗਿਆ, ਦਿੱਲੀ ਦੀ ਸਰਕਾਰ 'ਚ ਲੋਕਪਾਲ ਆ ਗਿਆ। ਕਿਹੜੀ ਭੂਮਿਕਾ ਉਹਦੀ, ਕਿਹੜੀ ਕਾਰਗੁਜ਼ਾਰੀ ਹੈ, ਕਿੱਥੇ ਆ ਉਹ ਲੋਕਪਾਲ? ਸੋ ਇਹਦਾ ਮਤਲਬ ਤੁਹਾਡਾ ਅੰਦੋਲਨ ਸਾਰਾ ਝੂਠ ਦੇ ਉੱਤੇ ਸੀ ਜੀ। ਤੁਸੀਂ ਸਿਰਫ ਲੋਕਾਂ ਦੀਆਂ, ਦੇਸ਼ ਦੀਆਂ ਅੱਖਾਂ 'ਚ ਘੱਟਾ ਪਾਇਆ। ਉਸ ਮੌਕੇ ਅੰਨਾ ਹਜ਼ਾਰੇ ਧਰਨੇ ਤੇ ਬੈਠੇ ਦਿਖਦੇ ਨੇ, ਉਹਦੇ ਨਾਲ ਚਾਹੇ ਅਨੁਪਮ ਖੇਰ ਹੈ, ਚਾਹੇ ਕਿਰਨ ਬੇਦੀ ਹੈ, ਚਾਹੇ ਕੇਜਰੀਵਾਲ ਹੈ, ਚਾਹੇ ਕੁਮਾਰ ਵਿਸ਼ਵਾਸ ਹੈ, ਚਾਹੇ ਜੋਗਿੰਦਰ ਯਾਦਵ ਹੈ, ABC ਹੋਰ ਕਿੱਡਾ ਬੜਾ ਮੰਚ ਸੀ ਤੇ ਕਿੱਡੀਆਂ ਬੜੀਆਂ ਧਿਰਾਂ ਸੀ ਜੀ। ਤੇ ਅੱਜ ਸਾਰੇ ਕਿੱਥੇ ਨੇ? ਅਨੁਪਮ ਖੇਰ ਖਾਸ ਹੈ ਜੀ, ਕਹਿੰਦੇ ਹੁਣ ਕਮਲ ਦੇ ਫੁੱਲ ਵਾਲਿਆਂ ਦਾ ਘਰ ਵਾਲੀ 2 ਵਾਰ ਇੱਥੋਂ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਤੋਂ ਰਹਿ ਲਈ। ਜੋਗਿੰਦਰ ਯਾਦਵ ਜੀ ਕਦੇ ਕਾਂਗਰਸ ਕੰਨੀ ਨੂੰ, ਕਦੇ ਕਿਸਾਨਾਂ ਕੰਨੀ ਨੂੰ, ਕਦੇ ਸਵਰਾਜ ਕੰਨੀ ਨੂੰ, ਕਦੇ ਕੇਜਰੀਵਾਲ ਕੰਨੀ ਨੂੰ। ਸੋ ਉਹ ਨਵੀਆਂ ਭੂਮਿਕਾਂ 'ਚ ਫਿਰ ਰਹੇ ਨੇ। ਇੱਧਰ ਇਹਨਾਂ ਨੇ ਕੁਮਾਰ ਵਿਸ਼ਵਾਸ ਉਹਨਾਂ ਨੇ ਮਿਲ ਕੇ ਪਾਰਟੀ ਬਣਾ ਲਈ, ਬਾਅਦ 'ਚੋਂ ਕੁਮਾਰ ਵਿਸ਼ਵਾਸ ਬੀਜੇਪੀ ਦੀ ਬੋਲਣ ਲੱਗ ਗਿਆ, ਉੱਧਰ ਚਲਾ ਗਿਆ, ਇਹਨਾਂ ਦੀ ਸਰਕਾਰ ਬਣ ਗਈ। ਤੇ ਅੱਜ ਉਹੀ ਅੰਨਾ ਹਜ਼ਾਰੇ ਹੁਣ ਚਿੱਠੀ ਲਿਖ ਕੇ ਕਹਿ ਰਹੇ ਨੇ ਕਿ ਤੁਹਾਨੂੰ ਸੱਤਾ ਦਾ ਨਸ਼ਾ ਹੋ ਗਿਆ ਜੀ। ਜਨਾਬ ਗੱਲ ਤਾਂ ਸਹੀ ਕਹੀ ਆ, ਪਰ ਜਿਨ੍ਹਾਂ ਨੇ ਲਿਖਾਈ ਆ ਉਹਨਾਂ ਦਾ ਨਾਂ ਦੱਸ ਦਿਓ ਜੀ। ਉਸ ਸਮੇਂ ਵੀ ਜਤਿੰਦਰ ਜੀ ਅੰਨਾ ਹਜ਼ਾਰੇ ਨੇ ਪਹਿਲਾਂ ਵੀ ਧਰਨੇ ਲਾਏ ਨੇ ਜੀ, ਪਹਿਲਾਂ ਵੀ ਦੇਸ਼ ਦੇ ਮੁੱਦੇ ਚੁੱਕੇ ਨੇ, ਪਹਿਲਾਂ ਵੀ ਪ੍ਰਦਰਸ਼ਨ ਕੀਤੇ ਨੇ, ਪਰ ਪਹਿਲਾਂ ਇੰਨਾ ਰੰਗ ਕਿਉਂ ਨਹੀਂ ਚੜਿਆ ਜੀ? ਕਿਉਂਕਿ ਇਸ ਵਾਰ ਰੰਗ ਪੱਕਾ ਚੜਾਉਣ ਲਈ ਪਿੱਛੇ ਵੱਡੀ ਤਾਕਤ ਸੀ, ਪਰਦੇ ਪਿੱਛੋਂ ਵੱਡੀ ਧਿਰ ਚਲਾ ਰਹੀ ਸੀ। ਉਹੀ ਧਿਰ ਹੁਣ ਕਹਿੰਦੇ ਫਿਰ ਅੰਨਾ ਹਜ਼ਾਰੇ ਦੀ ਪਿੱਠ ਤੇ ਆ। ਸਵਾਲ ਇਹ ਹੈ ਕਿ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਉਹ ਧਿਰ ਕੇਜਰੀਵਾਲ ਦੀ ਪਿੱਠ ਤੇ ਵੀ ਹੈਗੀ ਹੈ, ਪਰ ਹੋ ਸਕਦਾ ਕੇਜਰੀਵਾਲ ਦੀ ਧਿਰ ਦੇ ਪਿੱਛੇ ਕੋਈ ਪਾਰਟੀ ਹੋਵੇ, ਹੋ ਸਕਦਾ ਕੇਜਰੀਵਾਲ ਦੀ ਧਿਰ ਪਿੱਛੇ ਕੋਈ ਸੰਘ ਹੋਵੇ, ਪਰ ਕੀ ਨਰਿੰਦਰ ਮੋਦੀ ਨੂੰ ਲੱਗਦਾ ਕਿ ਮੈਨੂੰ ਚੈਲੰਜ? ਉਹ ਨਰਿੰਦਰ ਮੋਦੀ ਜਿਹੜੇ ਇਸ ਗੱਲ ਦੇ ਆਦੀ ਨੇ ਕਿ ਮੈਨੂੰ ਮੇਰੀ ਪਾਰਟੀ 'ਚ ਵੀ ਕੋਈ ਆਪਣੇ ਬਰਾਬਰ ਦੇ ਕੱਦ ਦਾ ਲੀਡਰ ਨਹੀਂ ਚਾਹੀਦਾ, ਮੈਨੂੰ ਮੇਰੀ ਫੋਟੋ 'ਚ ਵੀ ਮੇਰੇ ਨਾਲ ਕੋਈ ਖੜਾ ਨਹੀਂ ਚਾਹੀਦਾ, ਮੈਨੂੰ ਵਿਰੋਧੀਆਂ 'ਚੋਂ ਵੀ ਕੋਈ ਨੇੜੇ ਨਹੀਂ ਚਾਹੀਦਾ। ਔਰ ਉਸੇ ਰਾਹ ਤੇ ਕੇਜਰੀਵਾਲ ਨੇ, ਕੇਜਰੀਵਾਲ ਜੀ ਵੀ ਆਪਣੇ ਮੁਕਾਬਲੇ ਦਾ ਕੋਈ ਬੰਦਾ ਨਹੀਂ ਨਾਲ ਚਾਹੁੰਦੇ। ਸੋ ਇਹ ਇੱਕੋ ਤਰ੍ਹਾਂ ਦੀ ਸੋਚ ਜੇਕਰ ਹੈ ਤਾਂ ਇਹਦਾ ਮਤਲਬ ਕੀ ਉੱਥੋਂ ਇਹ ਮਸਲਾ ਨਿਕਲਿਆ ਕਿ ਭਾਈ ਮੋਦੀ ਨੂੰ ਜੇਕਰ ਖਤਰਾ ਹੁਣ ਕੇਜਰੀਵਾਲ ਤੋਂ ਹੈ ਤਾਂ ਉਹਦੇ ਲਈ ਅੰਨਾ ਹਜ਼ਾਰੇ ਨੂੰ ਬਾਹਰ ਲਿਓ। ਸੋ ਅੰਨਾ ਹਜ਼ਾਰੇ ਨੇ ਚਿੱਠੀ ਜਿਹੜੀ ਲਿਖੀ ਉਹ ਬਿਲਕੁਲ ਦਰੁਸਤ ਹੈ। ਸੱਤਾ ਦਾ ਨਸ਼ਾ ਜ਼ਰੂਰ ਚੜ੍ਹ ਗਿਆ। ਮਨੀਸ਼ ਸਿਸੋਦੀਆ ਦੇ ਹਵਾਲੇ ਨਾਲ ਵੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਉਹ ਸ਼ਰਾਬ ਦਾ ਮਾਮਲਾ ਹੈ ਤੇ ਤੁਸੀਂ ਉਹਦੇ ਵਿੱਚ ਕਿਉਂ ਇਸ ਮਸਲੇ 'ਚ ਫਸੇ ਹੋ। ਉਹਨਾਂ ਨੇ ਕਿਹਾ ਕਿ ਸਵਰਾਜ ਕਿਤਾਬ ਪੜ੍ਹ ਲਓ ਕੇਜਰੀਵਾਲ ਜੀ। ਸਵਰਾਜ ਕਿਤਾਬ ਜਿਹਦਾ ਮੁੱਖਬੰਦ ਖੁਦ ਅੰਨਾ ਹਜ਼ਾਰੇ ਨੇ ਲਿਖਿਆ ਸੀ, ਤੁਸੀਂ ਉਹਦੇ ਧਾਰਨੀ ਸੀ, ਤੁਸੀਂ ਉਹਦੇ ਮੋਢੀ ਸੀ। ਉਹ 'ਚ ਤੁਸੀਂ ਕਿਹਾ ਸੀ ਕਿ ਸ਼ਰਾਬ ਵਰਗੀ ਚੀਜ਼ ਨਹੀਂ ਹੋਣੀ ਚਾਹੀਦੀ, ਅਸੀਂ ਇਹਨੂੰ ਬੰਦ ਕਰਾਂਗੇ, ਸਮਾਜ ਦੇ ਵਿੱਚ ਨਹੀਂ ਫੈਲਾਵਾਂਗੇ, ਤੇ ਤੁਸੀਂ ਉਹਦੀਆਂ ਪਾਲਿਸੀਆਂ ਦੇ ਉੱਤੇ ਮਲਾਈ ਖਾਣ ਦੀਆਂ ਗੱਲਾਂ ਕਰਦੇ ਹੋ।
ਸੋ ਇਸ ਲਈ ਅੰਨਾ ਹਜ਼ਾਰੇ ਦੇ ਸਵਾਲ ਚਾਹੇ ਦਰੁਸਤ ਨੇ, ਪਰ ਉਹਦੇ ਵਿੱਚ ਸਕ੍ਰਿਪਟ ਜ਼ਰੂਰ ਭਾਜਪਾ ਦੀ ਇਸ਼ਾਰੇ ਤੇ ਲੱਗਦੀ ਆ। ਪਰ ਕੇਜਰੀਵਾਲ ਜੀ ਵੀ ਉਹੀ ਜੋ ਨੀਤੀ ਤੇ ਖੇਡ ਰਹੇ ਨੇ। ਅੱਜ ਉਹੀ ਸੱਤਾ ਦਾ ਨਸ਼ਾ ਉਹਨਾਂ ਨੂੰ ਪੂਰੀ ਤਰ੍ਹਾਂ, ਉਹੀ VIP ਕਲਚਰ। ਆਪਾਂ ਕੱਲ ਪੂਰਾ ਉਹ ਹਿਸਾਬ ਕਿਤਾਬ ਕਰਕੇ ਹਟੇ ਕਿ 15 ਲੱਖ ਦਾ ਰੋਡ ਸ਼ੋਅ, 80,000 ਦੀਆਂ ਰੋਟੀਆਂ, 4 ਤਾਰਾ ਹੋਟਲ ਦੇ ਵਿੱਚ। ਇਹ VIP ਨਹੀਂ ਤਾਂ ਹੋਰ ਕੀ ਹੈ। ਸੋ ਇਸ ਲਈ ਸੱਤਾ ਦਾ ਨਸ਼ਾ ਹੈ। ਸੋ ਅੰਨਾ ਹਜ਼ਾਰੇ ਹੋਰੀ ਹੁਣ ਉਸ ਭੂਮਿਕਾ 'ਚ ਨਹੀਂ, ਕੇਜਰੀਵਾਲ ਆਪਣੀ ਭੂਮਿਕਾ 'ਚ। ਇਹ ਸਿਆਸੀ ਨਾਟਕ ਹੈ ਜਤਿੰਦਰ ਜੀ, ਜਿਹੜਾ ਬਰਕਰਾਰ ਹੈ, ਉਹਦੇ ਸੀਨ ਬਦਲ ਰਹੇ ਨੇ, ਨਵਾਂ ਸੀਨ ਹੈ। ਜੀ ਤਾਂ ਧੰਨਵਾਦ ਦੀਪਕ ਸ਼ਰਮਾ ਚਨਾਰਸਲ ਜੀ ਇਹਨਾਂ ਖਬਰਾਂ ਤੇ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ। ਸੋ ਅੱਜ ਦੇ ਡਿਸਕਸ਼ਨ ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ੍ਹ ਮੁੜ ਤੋਂ ਹਾਜ਼ਰ ਹੋਵਾਂਗੇ ਪੰਜਾਬ ਨਾਲ ਜੁੜੀਆਂ ਵੱਡੀਆਂ ਖਬਰਾਂ ਤੇ ਚਰਚਾ ਕਰਨ ਦੇ ਲਈ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ।